ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 21 ਪੰਨਾ ਨੰਬਰ 401। ਅਕਾਲੀ ਲੀਡਰਸ਼ਿਪ ਅੰਦਰ ਤਰੇੜਾਂ। ਪੰਥਕ ਏਕਤਾ ਦੇ ਪੱਖ ਤੋਂ ਇਸ ਨਾਗਵਾਰ ਹਾਲਤ ਦਾ ਅਸਰ ਛੇਤੀ ਹੀ ਅਕਾਲੀ ਦਲ ਦੀ ਅੰਦਰੂਨੀ ਸਿਹਤ ਉੱਤੇ ਵੀ ਪ੍ਰਗਟ ਹੋਣ ਲੱਗਾ। ਅਕਾਲੀ ਲੀਡਰਸ਼ਿਪ ਦੀਆਂ ਸਫਾ ਅੰਦਰ ਇੱਕ ਮੋਕਲੀ ਜਿਹੀ ਸਿਧਾਂਤਕ ਆਮ ਸਹਿਮਤੀ ਦੇ ਬਾਵਜੂਦ ਸਮਝਾਂ ਦੇ ਕੁਝ ਵਖਰੇਵੇ ਤੇ ਸ਼ਖਸੀਅਤਾਂ ਦੇ ਟਕਰਾਓ ਲਗਾਤਾਰ ਚੱਲਦੇ ਆ ਰਹੇ ਸਨ। ਇਹ ਵਖਰੇਵੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਸਮਝ ਤੇ ਪਹੁੰਚ ਦੇ ਮਾਮਲੇ 'ਚ ਵੀ ਪ੍ਰਗਟ ਹੋ ਰਹੇ ਸਨ। ਪਹਿਲੀ ਕਤਾਰ ਦੇ ਅਕਾਲੀ ਆਗੂਆਂ 'ਚੋਂ ਸਿਰਫ ਜਥੇਦਾਰ ਗੁਰਚਰਨ ਸਿੰਘ ਟੌੜਾ ਹੀ ਸੀ ਜੋ ਸੰਤ ਭਿੰਡਰਾਂਵਾਲੇ ਨਾਲ ਲਗਾਤਾਰ ਨੇੜਲੇ ਨਿੱਘੇ ਸਬੰਧ ਬਣਾ ਕੇ ਚੱਲ ਰਿਹਾ ਸੀ। ਉਦੋਂ ਤੋਂ ਹੀ ਜਦੋਂ ਸੰਤ ਅਜੇ ਖੁੱਲ੍ਹ ਕੇ ਰਾਜਸੀ ਖੇਤਰ ਅੰਦਰ ਸਰਗਰਮ ਨਹੀਂ ਸਨ ਹੋਏ ਅਤੇ ਆਪਣੇ ਆਪ ਨੂੰ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਦੇ ਖੇਤਰ ਤੱਕ ਹੀ ਮਹਿਦੂਦ ਰੱਖ ਰਹੇ ਸਨ। ਜਥੇਦਾਰ ਟੌੜਾ ਦਾ ਇਹ ਰੁਖ ਸਿੱਖ ਦੋਖੀ ਤਾਕਤਾਂ ਨੂੰ ਤਾਂ ਚੁੱਭ ਹੀ ਰਿਹਾ ਸੀ, ਨਾਲ ਹੀ ਅਕਾਲੀ ਲੀਡਰਸ਼ਿਪ ਦੇ ਕੁਝ ਵਰਗਾਂ ਅੰਦਰ ਵੀ ਭਾਰੀ ਬੇਆਰਾਮੀ ਪੈਦਾ ਕਰ ਰਿਹਾ ਸੀ। ਅਕਾਲੀ ਸਫਾ ਅੰਦਰਲੇ ਸੱਤਾ ਦੇ ਲੋਭੀ ਤੱਤ ਸੰਤ ਭਿੰਡਰਾਂਵਾਲੇ ਤੇ ਉਸਦੀ ਰਾਜਨੀਤਿਕ ਵਿਚਾਰਧਾਰਾ ਨੂੰ ਆਪਣੇ ਮਨ ਲਲਚਾਵੇਂ ਟੀਚਿਆਂ ਦੇ ਰਾਹ ਦੀ ਮੁੱਖ ਰੁਕਾਵਟ ਸਮਝ ਰਹੇ ਸਨ। ਜਥੇਦਾਰ ਟੌੜਾ ਦਾ ਸੰਤ ਭਿੰਡਰਾਂਵਾਲੇ ਨਾਲ ਲਗਾਓ ਇਸ ਅਕਾਲੀ ਵਰਗ ਅੰਦਰ ਖਾਸ ਤੌਰ ਤੇ ਵਧਵੀਂ ਔਖ ਤੇ ਚਿੜ ਪੈਦਾ ਕਰ ਰਿਹਾ ਸੀ। ਇਹ ਵਰਗ ਸੰਤ ਭਿੰਡਰਾਂਵਾਲੇ ਨੂੰ ਨਾ ਸਿਰਫ ਰਾਜਨੀਤਿਕ ਤੌਰ ਤੇ ਬਲਹੀਨ ਕਰਨ ਦੇ ਜ਼ੋਰਦਾਰ ਯਤਨਾਂ ਵਿੱਚ ਲੱਗਾ ਹੋਇਆ ਸੀ, ਸਗੋਂ ਔਖ ਤੇ ਨਿਰਾਸ਼ਾ ਜੋ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਚੋਂ ਉਸਦੇ ਜਿਸਮਾਨੀ ਖਾਤਮੇ ਦੀਆਂ ਵੀ ਮਨੋਕਾਮਨਾਵਾਂ ਕਰਨ ਲੱਗ ਪਿਆ ਸੀ। ਇਸ ਦੇ ਇਰਾਦੇ ਤੇ ਯਤਨ ਦਰਬਾਰ ਸਾਹਿਬ ਅੰਦਰ ਸੰਤ ਭਿੰਡਰਾਂਵਾਲੇ ਦੇ ਪੈਰਾਂ ਹੇਠ ਜਿੰਨੇ ਹੋ ਸਕਣ ਅੰਗਿਆਰ ਵਿਛਾ ਦੇਣ ਦੇ ਸਨ। ਇਸ ਮਕਸਦ ਲਈ ਉਹ ਸਿੰਘ ਸਾਹਿਬਾਨ ਦਾ ਸਹਿਯੋਗ ਤੱਕਣ ਤੋਂ ਲੈ ਕੇ ਅਪਰਾਧੀ ਤੱਤਾਂ ਦੀਆਂ ਸੇਵਾਵਾਂ ਹਾਸਲ ਕਰਨ ਦੇ ਨੀਵੇਂ ਪੱਧਰ ਤੱਕ ਵੱਧ ਗਏ ਸਨ। ਉਹ ਸਿੰਘ ਸਾਹਿਬਾਨ ਉੱਤੇ ਸੰਤ ਜਰਨੈਲ ਸਿੰਘ ਦੇ ਖਿਲਾਫ ਕੋਈ ਸਖਤ ਆਦੇਸ਼ ਜਾਂ ਹੁਕਮਨਾਮਾ ਜਾਰੀ ਕਰਵਾਉਣ ਲਈ ਦਬਾਅ ਪਾ ਰਹੇ ਸਨ। ਸਿੰਘ ਸਾਹਿਬਾਨ ਨੇ 30 ਅਪ੍ਰੈਲ 1984 ਨੂੰ ਦਰਬਾਰ ਸਾਹਿਬ ਸਮੂਹ ਦੇ ਅੰਦਰ ਮਰਿਆਦਾ ਕਾਇਮ ਰੱਖਣ ਸੰਬੰਧੀ ਇੱਕ ਆਦੇਸ਼ਨੁਮਾ ਅਪੀਲ ਜਾਰੀ ਕਰਦਿਆਂ ਹੋਇਆਂ ਬਿਨਾਂ ਸਿੱਧਾ ਨਾਉਂ ਲਿਆਂ ਅਸਿੱਧੇ ਢੰਗ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲ ਦੋਸ਼ ਦੀ ਉਂਗਲ ਉਠਾ ਦਿੱਤੀ ਸੀ। ਪਰ ਜਥੇਦਾਰ ਗੁਰਚਰਨ ਸਿੰਘ ਟੌੜਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਿੰਘ ਸਾਹਿਬਾਨ ਉੱਤੇ ਆਪਣਾ ਤਕੜਾ ਪ੍ਰਭਾਵ ਰੱਖਦੇ ਸਨ, ਇਸ ਮਾਮਲੇ 'ਚ ਸੰਤ ਭਿੰਡਰਾਂਵਾਲੇ ਦੇ ਖਿਲਾਫ ਨਹੀਂ ਸਨ ਭੁਗਤਣਾ ਚਾਹੁੰਦੇ। ਇਸ ਕਰਕੇ ਸੰਤ ਲੌਂਗੋਵਾਲ ਦੇ ਸਮਰਥਕ ਅਕਾਲੀ ਗੁੱਟ ਵੱਲੋਂ ਸੰਤ ਭਿੰਡਰਾਂਵਾਲੇ ਦੇ ਖਿਲਾਫ ਚੱਲੀ ਗਈ ਇਹ ਚਾਲ ਬਹੁਤੀ ਕਾਰਗਰ ਸਾਬਤ ਨਾ ਹੋ ਸਕੀ। ਇਸ ਨਾਲ ਇਸ ਅਕਾਲੀ ਗੁੱਟ ਦੀ ਜਥੇਦਾਰ ਟੌੜਾ ਨਾਲ ਨਾਰਾਜ਼ਗੀ ਹੋਰ ਵੱਟ ਖਾ ਗਈ। ਇਸ ਵਰਗ ਨੇ ਜਥੇਦਾਰ ਟੌੜਾ ਉੱਤੇ ਰਾਜਨੀਤਿਕ ਮੌਕਾਪ੍ਰਸਤੀ ਦਿਖਾਉਣ ਅਤੇ ਹਮੇਸ਼ਾ ਦੋ ਬੇੜੀਆਂ 'ਚ ਪੈਰ ਰੱਖ ਕੇ ਚੱਲਣ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਅਸਲ ਵਿੱਚ ਦੇਖਿਆ ਜਾਵੇ ਤਾਂ ਜਥੇਦਾਰ ਟੌੜਾ ਵਿਰੁੱਧ ਇਹ ਦੋਸ਼ ਨਵੇਂ ਨਹੀਂ ਸਨ ਅਤੇ ਨਾ ਹੀ ਇਹ ਨਿਰਾ ਅਕਾਲੀ ਹਲਕਿਆਂ ਤੱਕ ਹੀ ਸੀਮਿਤ ਸਨ। ਰਾਜਸੀ ਹਲਕਿਆਂ ਅੰਦਰ ਜਥੇਦਾਰ ਟੌੜਾ ਬਾਰੇ ਆਮ ਰੂਪ ਵਿੱਚ ਹੀ ਇਹ ਨਕਾਰਾਤਮਕ ਪ੍ਰਭਾਵ ਬਣਿਆ ਹੋਇਆ ਹੈ ਅਤੇ ਨਕੋਚੀ ਪੱਤਰਕਾਰਾਂ ਨੇ ਤਾਂ ਉਸ ਬਾਰੇ ਲੂੰਬੜੀ ਵਰਗੇ ਚਲਾਕ ਤੇ ਖਚਰੇ ਸਿਆਸਤਦਾਨ ਦੀ ਅੱਲ ਹੀ ਪਾ ਰੱਖੀ ਹੋਈ ਹੈ। ਸੱਚ ਤਾਂ ਇਹ ਹੈ ਕਿ ਆਪਣੀ ਖਾਸ ਕਿਸਮ ਦੀ ਰਾਜਨੀਤਿਕ ਪੈਂਤੜੇਬਾਜ਼ੀ ਦੀ ਵਜ੍ਹਾ ਕਰਕੇ ਜਥੇਦਾਰ ਟੌੜਾ ਸਿੱਖ ਰਾਜਨੀਤੀ ਅੰਦਰ ਸਭ ਤੋਂ ਵਿਵਾਦਮਈ ਸ਼ਖਸੀਅਤ ਬਣੇ ਹੋਏ ਹਨ। ਸਿਆਸੀ ਹਲਕਿਆਂ ਅੰਦਰ ਉਸਦੀ ਇਸ ਪੈਂਤੜੇਬਾਜ਼ੀ ਨੂੰ ਵੱਧ ਉਸਦੀ ਨੀਤ ਤੇ ਜਾਤ ਵਿਅਕਤੀਤਵ ਨਾਲ ਜੋੜ ਕੇ ਦੇਖਣ ਦੀ ਰੀਤ ਚਲੀ ਆ ਰਹੀ ਹੈ। ਪਰ ਜਥੇਦਾਰ ਟੌੜਾ ਦੀ ਖਾਸ ਸੁਭਾਅ, ਸ਼ਖਸੀਅਤ ਤੇ ਰਾਜਨੀਤਿਕ ਪੈਂਤੜੇਬਾਜ਼ੀ ਨੂੰ ਸਹੀ ਰੂਪ ਵਿੱਚ ਸਮਝਣ ਲਈ ਇਹ ਪਹੁੰਚ ਬਹੁਤੀ ਭਰੋਸੇਯੋਗ ਨਹੀਂ ਮੰਨੀ ਜਾ ਸਕਦੀ। ਉਸਦੇ ਰਾਜਨੀਤਿਕ ਵਿਹਾਰ ਤੇ ਵਿਅਕਤੀਗਤ ਕਿਰਦਾਰ ਨੂੰ ਵੱਧ ਵਿਚਾਰਧਾਰਕ ਜਾਵੀਏ ਤੋਂ ਦੇਖਣ ਤੇ ਸਮਝਣ ਦੀ ਲੋੜ ਹੈ। ਪਿਛਲੇ ਕੁਝ ਦਹਾਕਿਆਂ ਤੋਂ ਅਕਾਲੀ ਰਾਜਨੀਤੀ ਦੋ ਉਲਟ ਸੁਭਾਅ ਧਾਰਾਵਾਂ ਦਾ ਮਿਸ਼ਰਣ ਬਣੀ ਆ ਰਹੀ ਹੈ। 60ਵੀਆਂ ਤੱਕ ਅਕਾਲੀ ਰਾਜਨੀਤੀ ਅੰਦਰ ਟਕਸਾਲੀ ਧਾਰਾ ਜਥੇਦਾਰ ਵਰਗ ਦੀ ਪੁੱਗਤ ਬਣੀ ਰਹੀ। ਇਸ ਧਾਰਾ ਦਾ ਸਬੰਧ ਜ਼ਿਆਦਾ ਕਰਕੇ ਸਿੱਖ ਸਮਾਜ ਦੀਆਂ ਹੇਠਲੀਆਂ ਤੇ ਦਰਮਿਆਨੀਆਂ ਪਰਤਾਂ ਨਾਲ ਸੀ। ਜਥੇਦਾਰ ਵਰਗ ਦੇ ਰਾਜਨੀਤਿਕ ਵਿਹਾਰ ਤੇ ਸਦਾਚਾਰ ਨੂੰ ਦੋ ਗੱਲਾਂ ਨਿਰੰਤਰ ਪ੍ਰਭਾਵਿਤ ਕਰਦੀਆਂ ਸਨ। ਇੱਕ ਸਿੱਖੀ ਦੇ ਕਾਜ ਨਾਲ ਉਹਨਾਂ ਦੀ ਸੁਭਾਵਿਕ ਤੇ ਹੰਢਣਸਾਰ ਪ੍ਰਤੀਬੱਧਤਾ, ਦੂਜਾ ਉਹਨਾਂ ਦਾ ਮੁਕਾਬਲਤਨ ਨੀਵਾਂ ਬੌਧਿਕ ਮਿਆਰ। ਜਿੱਥੇ ਪਹਿਲਾ ਪੱਖ ਉਹਨਾਂ ਨੂੰ ਸਿੱਖ ਸੰਘਰਸ਼ ਦਾ ਅਡੋਲਤਾ ਨਾਲ ਝੰਡਾ ਬੁਲੰਦ ਕਰੀ ਰੱਖਣ ਲਈ ਪ੍ਰੇਰਿਤ ਕਰਦਾ ਸੀ, ਉੱਥੇ ਮਗਰਲਾ ਪੱਖ ਸਿੱਖ ਲਹਿਰ ਤੇ ਰਾਜਨੀਤੀ ਨੂੰ ਔਸਤ ਪੱਧਰ ਤੋਂ
ਉੱਚਾ ਨਹੀਂ ਸੀ ਉੱਠਣ ਦੇ ਰਿਹਾ ਅਤੇ ਬੌਧਿਕ ਤੱਤਾਂ ਦੇ ਸਿੱਖ ਰਾਜਨੀਤੀ ਅੰਦਰ ਦਾਖਲੇ ਨੂੰ ਨਿਰ-ਉਤਸ਼ਾਹਿਤ ਕਰਦਾ ਸੀ। 60ਵਿਆਂ ਦੇ ਅਖੀਰ 'ਚ ਜਾ ਕੇ ਜਦ ਅਕਾਲੀ ਦਲ ਨੇ ਸੰਘਰਸ਼ ਮੋਰਚਿਆਂ ਦੀ ਰਾਜਨੀਤੀ ਤੋਂ ਸੱਤਾ ਦੀ ਰਾਜਨੀਤੀ ਵੱਲ ਕਦਮ ਵਧਾਉਣੇ ਸ਼ੁਰੂ ਕੀਤੇ ਤਾਂ ਇਸ ਅੰਦਰ ਨਵੇਂ ਤੱਤਾਂ ਦੇ ਦਾਖਲੇ ਨੂੰ ਵੱਡਾ ਉਗਾਸਾ ਮਿਲਿਆ। ਇਹਨਾਂ ਨਵੇਂ ਤੱਤਾਂ ਦੀ ਮੋਟੇ ਰੂਪ 'ਚ ਦੋ ਵੰਨਗੀਆਂ ਸਨ। ਇੱਕ ਟਾਵੇਂ ਵਿਰਲੇ ਪੜ੍ਹੇ ਲਿਖੇ ਮੱਧ ਵਰਗੀ ਨੌਜਵਾਨ ਜੋ ਮੁੱਖ ਤੌਰ ਤੇ ਸਿੱਖੀ ਜਜ਼ਬੇ ਤੇ ਜੋਸ਼ ਅਧੀਨ ਅਕਾਲੀ ਰਾਜਨੀਤੀ ਵੱਲ ਰੁਚਿਤ ਹੋ ਰਹੇ ਸਨ। ਦੂਜੇ ਮਾਇਆਵਾਦੀ ਰੁਚੀਆਂ ਵਾਲੇ ਸਵਾਰਥੀ ਜੀਵੀ ਅੰਸਰ ਜੋ ਕਿਸੇ ਧਾਰਮਿਕ ਜਾਂ ਸਮਾਜੀ ਵਚਨਬੱਧਤਾ ਨਾਲੋਂ ਜ਼ਿਆਦਾ ਸਵਾਰਥਪੁਣੇ ਦੀ ਭਾਵਨਾ ਨਾਲ ਅਕਾਲੀ ਰਾਜਨੀਤੀ ਅੰਦਰ ਘੁਸਪੈਠ ਕਰਨ ਤੇ ਮੋਹਰੀ ਪਦਵੀਆਂ ਹਥਿਆਉਣ 'ਚ ਰੁੱਝੇ ਹੋਏ ਸਨ। ਚੋਣ ਤੇ ਸੱਤਾ ਦੀ ਰਾਜਨੀਤੀ ਦੇ ਗਤੀ ਅਮਲ ਨੇ ਛੇਤੀ ਹੀ ਪਹਿਲੀ ਵੰਨਗੀ ਦੇ ਤੱਤਾਂ ਨੂੰ ਪਿਛਲੀਆਂ ਸਫਾਂ ਵਿੱਚ ਧੱਕ ਦਿੱਤਾ ਅਤੇ ਮਾਇਆਵਾਦੀ ਰੁਚੀਆਂ ਵਾਲੇ ਸਵਾਰਥੀ ਅੰਸਰਾਂ ਨੇ ਬਹੁਤ ਤੇਜ਼ੀ ਤੇ ਆਸਾਨੀ ਨਾਲ ਅਕਾਲੀ ਰਾਜਨੀਤੀ ਅੰਦਰ ਆਪਣੀ ਪੈਂਠ ਬਣਾ ਲਈ। 70ਵਿਆਂ 'ਚ ਆ ਕੇ ਇਸ ਵਰਗ ਨੇ ਅਕਾਲੀ ਰਾਜਨੀਤੀ ਦੀ ਮਾਰਗ ਦਿਸ਼ਾ ਨੂੰ ਆਪਣੇ ਹਿੱਤਾਂ ਅਨੁਸਾਰ ਮੋੜਾ ਦੇਣ ਦੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ। ਇਹ ਵਰਗ ਅਕਾਲੀ ਦਲ ਤੇ ਅਕਾਲੀ ਰਾਜਨੀਤੀ ਨੂੰ ਇਸ ਦੇ ਪੰਥਕ ਖਾਸੇ ਤੋਂ ਵਿਰਵਿਆਂ ਕਰ ਦੇਣ ਦੀ ਸੋਚ ਤੇ ਦਿਸ਼ਾ ਮਿੱਥ ਕੇ ਚੱਲ ਰਿਹਾ ਸੀ, ਕਿਉਂਕਿ ਇਉਂ ਕੀਤਿਆਂ ਹੀ ਹਿੰਦੂਵਾਦੀ ਤਾਕਤਾਂ ਦੇ ਮਨਜ਼ੂਰੇ ਨਜ਼ਰ ਹੋਇਆ ਜਾ ਸਕਦਾ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਖੁਦਪ੍ਰਸਤ ਵਰਗ ਦੇ ਪ੍ਰਭਾਵਸ਼ਾਲੀ ਨੁਮਾਇੰਦੇ ਬਣ ਕੇ ਉੱਭਰ ਆਏ ਸਨ। ਜਥੇਦਾਰ ਵਰਗ ਦੇ ਅਕੀਦੇ ਤੇ ਸੰਸਕਾਰ ਉਸ ਨੂੰ ਅਕਾਲੀ ਰਾਜਨੀਤੀ ਅੰਦਰ ਆਪਣੀ ਚੁਣੌਤੀ ਰਹਿਤ ਸਰਦਾਰੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ 'ਚ ਰੁੱਝੇ ਸਰਮਾਏਦਾਰ ਤੱਤਾਂ ਨਾਲ ਅਸੰਗਤੀ ਤੇ ਟਕਰਾਓ ਵੱਲ ਧੱਕ ਰਹੇ ਸਨ। ਪਰ ਸਿਧਾਂਤਕ ਤੇ ਸਦਾਚਾਰਕ ਬੁਨਿਆਦਾਂ ਬਹੁਤੀਆਂ ਪਾਏਦਾਰ ਨਾ ਹੋਣ ਕਰਕੇ ਜਥੇਦਾਰ ਵਰਗ ਦੀਆਂ ਪੋਜੀਸ਼ਨਾਂ ਅੰਦਰ ਅਡੋਲਤਾ ਤੇ ਦ੍ਰਿੜਤਾ ਨਹੀਂ ਸੀ। ਇਸ ਦੀਆਂ ਮੋਹਰੀ ਹਸਤੀਆਂ ਆਪਣੀਆਂ ਪੋਜੀਸ਼ਨਾਂ ਤੋਂ ਵਾਰ-ਵਾਰ ਥਿੜਕਣ ਤੇ ਸਰਮਾਏਦਾਰ ਤੱਤਾਂ ਨਾਲ ਸਮਝੌਤਾ ਕਰਨ ਦਾ ਝੁਕਾਅ ਰੱਖਦੀਆਂ ਸਨ। ਜਥੇਦਾਰ ਟੋੜਾ ਦਾ ਵਿਸ਼ੇਸ਼ ਵਿਚਾਰਧਾਰਕ ਲੱਛਣ ਇਹ ਹੈ ਕਿ ਉਸ ਵਿੱਚ ਤਕੜੀ ਮਾਤਰਾ 'ਚ ਟਕਸਾਲੀ ਅੰਸ਼ ਵੀ ਹੈ ਤੇ ਆਪਣੇ ਆਪ ਨੂੰ ਬਦਲਦੇ ਜ਼ਮਾਨੇ ਦੀਆਂ ਲੋੜਾਂ ਅਨੁਸਾਰ ਢਾਲਣ ਦੀ ਜ਼ੋਰਦਾਰ ਪ੍ਰਵਿਰਤੀ, ਯੋਗਤਾ ਤੇ ਜੁਗਤ ਵੀ। ਇੱਕ ਹਿਸਾਬ ਨਾਲ ਦੇਖਿਆ ਉਹ ਅਕਾਲੀ ਰਾਜਨੀਤੀ ਅੰਦਰ ਟਕਸਾਲੀ ਤੇ ਨਵੀਨ ਧਾਰਾਵਾਂ ਦਾ ਸੰਗਮ ਹੈ ਅਤੇ ਅਕਾਲੀ ਰਾਜਨੀਤੀ ਦੇ ਦੋ ਦੌਰਾਂ ਨੂੰ ਮੇਲ ਦਾ ਪੁਲ। ਉਸ ਅੰਦਰ ਖਰਾ ਪੰਥਕ ਮਾਦਾ ਵੀ ਹੈ ਪਰ ਨਾਲ ਹੀ ਜ਼ੋਰਦਾਰ ਰਾਜਨੀਤੀ ਆਕਾਂਖਿਆਵਾਂ ਵੀ ਹਨ। ਉਸ ਅੰਦਰ ਸਿੱਖ ਕਾਜ ਲਈ ਲੜਨ ਦਾ ਜਜ਼ਬਾ ਵੀ ਹੈ ਤੇ ਦਮ ਵੀ, ਪਰ ਇੱਕ ਸੀਮਾ ਦੇ ਅੰਦਰ ਹੀ। ਇਸ ਸੀਮਾ ਤੋਂ ਪਾਰ ਜਾਣ ਦੀ ਉਸ ਵਿੱਚ ਨਾ ਹਿੰਮਤ ਹੈ ਤੇ ਨਾ ਰਾਜਸੀ ਇਰਾਦਾ। ਇਸੇ ਤਰ੍ਹਾਂ ਉਸ ਅੰਦਰ ਅਕਸਰ ਅਸੂਲਾਂ ਦੀ ਕੀਮਤ ਉੱਤੇ ਵੀ ਸਮਝੌਤਾ ਕਰ ਜਾਣ ਦੀ ਜ਼ੋਰਦਾਰ ਪ੍ਰਵਿਰਤੀ ਹੈ, ਪਰ ਉਸ ਦੀ ਸਮਝੌਤੇ ਦੀ ਰਾਜਨੀਤੀ ਦੀ ਆਪਣੀ ਇੱਕ ਮਰਿਆਦਾ ਹੈ। ਜਿਵੇਂ ਉਹ ਇੱਕ ਹੱਦ ਤਾਈਂ ਹੀ ਲੜ ਸਕਦਾ ਹੈ, ਉਵੇਂ ਉਹ ਇੱਕ ਹੱਦ ਤੱਕ ਹੀ ਝੁਕ ਸਕਦਾ ਹੈ, ਪੂਰਾ ਨਹੀਂ ਵਿਛ ਸਕਦਾ ਜਾਂ ਇੱਕ ਵਾਰ ਝੁਕ ਕੇ ਉਹ ਫਿਰ ਤਣ ਜਾਂਦਾ ਹੈ। ਅਕਾਲੀ ਆਗੂਆਂ ਦੀ ਨਵੀਨ ਵੰਨਗੀ ਦੀ ਤੁਲਨਾ ਵਿੱਚ ਉਸ ਦੇ ਪੱਕਾ ਕੁੱਬ ਨਹੀਂ ਪਿਆ। ਉਸ ਦੀ ਇਹ ਰੜਕ ਪੰਥ ਦੋਖੀ ਤਾਕਤਾਂ ਤੇ ਪੰਥ ਅੰਦਰਲੇ ਵਿਰੋਧੀਆਂ ਨੂੰ ਲਗਾਤਾਰ ਰੜਕਦੀ ਰਹਿੰਦੀ ਹੈ। ਜਥੇਦਾਰ ਟੋੜਾ ਦੀ ਸਭ ਤੋਂ ਵੱਡੀ ਦੁਬਿਧਾ ਕਹਿ ਲਵੋ ਜਾਂ ਕਮਜ਼ੋਰੀ ਇਹ ਹੈ ਕਿ ਉਹ ਨਰਮਪੰਥੀ ਰਾਜਨੀਤੀ ਨਾਲ ਨਾ ਮੁਕੰਮਲ ਰੂਪ ਵਿੱਚ ਇਕਸੁਰ ਹੋ ਸਕਦਾ ਹੈ ਤੇ ਨਾ ਇਸ ਨੂੰ ਦੋ ਟੁਕ ਰੂਪ 'ਚ ਰੱਦ ਕਰ ਸਕਦਾ ਹੈ। ਉਹ ਇਸ ਰਾਜਨੀਤੀ ਦੇ ਬੁਨਿਆਦੀ ਚੌਕਟੇ ਨੂੰ ਉਲੰਘ ਕੇ ਅੱਗੇ ਨਿਕਲ ਜਾਣ ਦੀ ਮਾਰਕੇਬਾਜ਼ੀ ਨਹੀਂ ਕਰ ਸਕਦਾ। ਜਦ ਵੀ ਕਦੇ ਅਜਿਹੀ ਨੌਬਤ ਆ ਜਾਂਦੀ ਹੈ ਤਾਂ ਉਹ ਫੁਰਤੀ ਨਾਲ ਪਿੱਛੇ ਨੂੰ ਮੋੜਾ ਕੱਟ ਲੈਂਦਾ ਹੈ। ਇਸ ਨਾਲ ਉਸ ਦੇ ਗਰਮ ਖਿਆਲੀ ਕਦਰਦਾਨ ਨਿਰਾਸ਼ ਤੇ ਨਾਰਾਜ਼ ਹੋ ਉੱਠਦੇ ਹਨ। ਉਸ ਉੱਤੇ ਮੌਕਾ ਪ੍ਰਸਤੀ ਦਿਖਾਉਣ ਦੇ ਇਲਜ਼ਾਮ ਲੱਗਣ ਲੱਗ ਪੈਂਦੇ ਹਨ ਤੇ ਉਸ ਦੀ ਨੇਕ ਨੀਅਤੀ ਬਾਰੇ ਸ਼ੱਕ ਖੜੇ ਹੋਣ ਲੱਗ ਪੈਂਦੇ ਹਨ। ਇਸੇ ਤਰ੍ਹਾਂ ਜਦ ਝੁਕਣ ਦੀ ਗੱਲ ਆਉਂਦੀ ਹੈ ਤਾਂ ਉਹ ਅਕਸਰ ਦੋ ਦਿਲੀ ਵਿੱਚ ਪੈ ਜਾਂਦਾ ਹੈ। ਉਹ ਨਵੀਨ ਵੰਨਗੀ ਦੇ ਅਕਾਲੀ ਆਗੂਆਂ ਦੇ ਸੰਗ ਰਲ ਕੇ ਤੇ ਉਹਨਾਂ ਵਾਂਗ ਹੀ ਸਮਝੌਤੇ ਦੇ ਰਾਹ ਉੱਤੇ ਵਾਹੋ-ਦਾਹੀ ਤਾਂ ਹੋ ਤੁਰਦਾ ਹੈ, ਪਰ ਜਦ ਉਸ ਨੂੰ ਇਹ ਆਭਾਸ ਹੋਣ ਲੱਗਦਾ ਹੈ ਕਿ ਸਮਝੌਤੇ ਦੀ ਰਾਜਨੀਤੀ ਦਾ ਸਹੀ ਪਾਲਣ ਨਹੀਂ ਹੋ ਰਿਹਾ ਅਤੇ ਝੁਕ ਜਾਣ ਤੇ ਵਿਛ ਜਾਣ ਵਿਚਲੇ ਅੰਤਰ ਦਾ ਖਿਆਲ ਤੇ ਮਾਣ ਨਹੀਂ ਰੱਖਿਆ ਜਾ ਰਿਹਾ, ਤਾਂ ਉਹ ਸਮਝੌਤੇ ਦੇ ਰਾਹ 'ਚ ਅੜਿੱਕੇ ਡਾਉਣ ਦਾ ਜੁੰਮਾ ਓਟ ਲੈਂਦਾ ਹੈ। ਇਸ ਨਾਲ ਉਸ ਦੇ ਨਰਮਪੰਥੀ ਭਾਈਵਾਲ ਖਫਾ ਹੋ ਉੱਠਦੇ ਹਨ ਅਤੇ ਉਸ ਦੇ ਨਿੰਦਕਾਂ ਨੂੰ ਉਸ ਦੀ ਜਾਤ ਤੇ ਰਾਜਨੀਤੀ ਵਿਰੁੱਧ ਭੜਾਸ ਕੱਢਣ ਦਾ ਤਕੜਾ ਮੌਕਾ ਤੇ ਬਹਾਨਾ ਮਿਲ ਜਾਂਦਾ ਹੈ। ਇਸ ਤਰ੍ਹਾਂ ਆਪਣੀ ਵਿਚਾਰਧਾਰਾ ਤੇ ਸ਼ਖਸੀਅਤ ਦੀਆਂ ਵਜੂਦ ਸਮੋਈਆਂ ਸੀਮਤਾਈਆਂ ਤੇ ਵਿਰੋਧਾਭਾਸਾਂ ਦੀ ਬਦੌਲਤ ਜਥੇਦਾਰ ਗੁਰਚਰਨ ਸਿੰਘ ਟੌੜਾ ਗਰਮ ਖਿਆਲੀ ਤੇ ਨਰਮਪੰਥੀ
ਦੋਹਾਂ ਹੀ ਵਰਗਾਂ ਵੱਲੋਂ ਇੱਕ ਮੌਕੇ ਪਿਆਰਿਆ ਤੇ ਦੂਜੇ ਮੌਕੇ ਦੁਰਕਾਰਿਆ ਚਲਾ ਆ ਰਿਹਾ ਹੈ। ਪਿਛਲੇ ਲਗਭਗ 3 ਦਹਾਕਿਆਂ ਦੇ ਦੌਰਾਨ ਜਦ ਵੀ ਅਕਾਲੀ ਰਾਜਨੀਤੀ ਅੰਦਰ ਟਕਸਾਲੀ ਤੇ ਨਵੀਨ ਧਾਰਾਵਾਂ ਦੇ ਵਿਚਕਾਰ ਵਿਰੋਧਾਂ ਦੇ ਤਿੱਖਾ ਰੂਪ ਧਾਰਨ ਕਰ ਜਾਣ ਦੀ ਨੌਬਤ ਪੈਦਾ ਹੁੰਦੀ ਰਹੀ ਹੈ ਤਾਂ ਟੌੜਾ ਦੇ ਵਜੂਦ ਨੂੰ ਇਸ ਦੋ ਪਾਸੀ ਖਿੱਚੋਤਾਣ ਦਾ ਸਭ ਨਾਲੋਂ ਵੱਧ ਕਸਾਹ ਝੱਲਣਾ ਪੈਂਦਾ ਰਿਹਾ ਹੈ ਅਤੇ ਦੋਨੋਂ ਹੀ ਬੇੜੀਆਂ ਦੇ ਮਲਾਹਾਂ ਤੇ ਨਾਲ ਹੀ ਯਾਤਰੂਆਂ ਦੇ ਤੱਤੇ ਠੰਡੇ ਬੋਲ ਸੁਣਨੇ ਪੈਂਦੇ ਰਹੇ ਹਨ। ਇਸ ਹੋਣੀ ਨੇ ਉਸ ਦਾ ਕਦੇ ਵੀ ਪਿੱਛਾ ਨਹੀਂ ਛੱਡਿਆ। ਇਸ ਵਜ੍ਹਾ ਕਰਕੇ ਇਸ ਨੂੰ ਜ਼ਿੰਦਗੀ ਵਿੱਚ ਸਿੱਖ ਰਾਜਨੀਤੀ ਅੰਦਰ ਮਾਣ ਤਾਣ ਵੀ ਬਥੇਰਾ ਮਿਲਿਆ ਹੈ ਤੇ ਨਿਰਾਦਰੀਆਂ ਵੀ ਬਹੁਤ ਝੱਲਣੀਆਂ ਪਈਆਂ ਹਨ। ਸਿੱਖ ਸੰਘਰਸ਼ ਹੋਰ ਮੱਗ ਤੁਰਿਆ। ਪੰਥਕ ਧਿਰਾਂ ਵਿਚਕਾਰ ਅਤੇ ਖੁਦ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਦੇ ਅੰਦਰ ਚੱਲ ਰਹੇ ਇਸ ਅੰਦਰੂਨੀ ਕਲਹ ਕਲੇਸ਼ ਦੇ ਬਾਵਜੂਦ ਸਿੱਖ ਸੰਘਰਸ਼ ਦਾ ਮੈਦਾਨ ਲਗਾਤਾਰ ਗਰਮਾਉਂਦਾ ਚਲਾ ਗਿਆ। ਅਜਿਹਾ ਅਕਾਲੀ ਲੀਡਰਸ਼ਿਪ ਦੇ ਸੁਚੇਤ ਯਤਨਾਂ ਕਰਕੇ ਨਹੀਂ ਸੀ ਹੋ ਰਿਹਾ, ਸਗੋਂ ਕਾਫੀ ਹੱਦ ਤੱਕ ਉਹਨਾਂ ਦੀਆਂ ਇੱਛਾਵਾਂ ਦੇ ਉਲਟ ਹੋ ਰਿਹਾ ਸੀ। ਅਕਾਲੀ ਆਗੂ ਤਾਂ ਇਸ ਮੁਸ਼ਕਲ ਸਥਿਤੀ ਚੋਂ ਬਾਹਰ ਨਿਕਲਣ ਦੀਆਂ ਕਿੰਨੇ ਚਿਰਾਂ ਤੋਂ ਸਿਰ ਤੋੜ ਕੋਸ਼ਿਸ਼ਾਂ ਕਰਦੇ ਆ ਰਹੇ ਸਨ। ਇਸ ਘੁੰਮਣ ਘੇਰੀ ਚੋਂ ਬਾਹਰ ਨਿਕਲਣ ਦੇ ਉਹਨਾਂ ਸਾਹਮਣੇ ਦੋ ਹੀ ਰਸਤੇ ਸਨ, ਜਾਂ ਤਾਂ ਕੇਂਦਰ ਸਰਕਾਰ ਨਾਲ ਕੋਈ ਚੰਗਾ ਮਾੜਾ ਮੂੰਹ ਰੱਖਣ ਜੋਗਰਾ ਸਮਝੌਤਾ ਹੋ ਜਾਂਦਾ ਅਤੇ ਜਾਂ ਫਿਰ ਉਹ ਕੋਈ ਬਹਾਨਾ ਘੜ ਕੇ ਆਪਣੇ ਵੱਲੋਂ ਧਰਮ ਯੁੱਧ ਮੋਰਚੇ ਨੂੰ ਠੱਪ ਕਰ ਦੇਣ ਦਾ ਐਲਾਨ ਕਰ ਦਿੰਦੇ ਅਤੇ ਇਸ ਤਰ੍ਹਾਂ ਆਪਣਾ ਪੱਲਾ ਬਚਾ ਕੇ ਲਾਂਭੇ ਹੋ ਜਾਂਦੇ। ਅਕਾਲੀ ਆਗੂ ਇਤਿਹਾਸ ਅੰਦਰ ਇਸ ਤੋਂ ਪਹਿਲਾਂ ਅਜਿਹੀ ਪੈਂਤੜੇਬਾਜ਼ੀ ਕਈ ਵਾਰ ਖੇਡ ਚੁੱਕੇ ਸਨ, ਪਰ ਇਸ ਵਾਰ ਉਹਨਾਂ ਲਈ ਇਹ ਖੇਡ ਖੇਡਣੀ ਉਨੀ ਸੁਖਾਲੀ ਨਹੀਂ ਸੀ ਰਹੀ। ਕਾਰਨ ਇਹ ਕਿ ਇਸ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਪ ਵਿੱਚ ਅਕਾਲੀ ਆਗੂਆਂ ਨੂੰ ਤੁਰੰਤ ਕਟਹਿਰੇ 'ਚ ਖੜੇ ਕਰਕੇ ਉਹਨਾਂ ਦੀ ਜਵਾਬ ਤਲਬੀ ਕਰਨ ਵਾਲੀ ਇੱਕ ਨੈਤਿਕ ਅਥਾਰਟੀ ਹੋਂਦ 'ਚ ਆ ਚੁੱਕੀ ਸੀ, ਜਿਸ ਨੂੰ ਸਿੱਧੇ ਮੱਥੇ ਚੁਣੌਤੀ ਦੇਣ ਦੀ ਉਹਨਾਂ ਅੰਦਰ ਨੈਤਿਕ ਹਿੰਮਤ ਨਹੀਂ ਸੀ। ਇਹ ਵਰਤਾਰਾ ਅਕਾਲੀ ਰਾਜਨੀਤੀ ਦੇ ਲੰਮੇ ਇਤਿਹਾਸ ਅੰਦਰ ਪਹਿਲੀ ਵਾਰ ਵਾਪਰ ਰਿਹਾ ਸੀ, ਜਦ ਸਿੱਖ ਸੰਗਤਾਂ ਨਾਲ ਵਾਰ-ਵਾਰ ਰਾਜਨੀਤਿਕ ਧੋਖਾਦੇਹੀ ਕਰਦੇ ਆ ਰਹੇ ਅਕਾਲੀ ਆਗੂਆਂ ਨੂੰ ਸੰਘਰਸ਼ ਤੋਂ ਭੱਜਣ ਦਾ ਕੋਈ ਵੀ ਸੌਖਾ ਰਾਹ ਨਹੀਂ ਸੀ ਲੱਭ ਰਿਹਾ। ਸੰਤ ਭਿੰਡਰਾਂਵਾਲਾ ਅਕਾਲੀ ਆਗੂਆਂ ਦੇ ਬਦਈਮਾਨੇ ਤੇ ਬੇਪਰਤੀਤੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਇਸ ਕਰਕੇ ਉਹ ਸੰਘਰਸ਼ ਦੌਰਾਨ ਉਹਨਾਂ ਦੀ ਹਰ ਸਰਗਰਮੀ ਤੇ ਰਾਜਨੀਤਿਕ ਪੈਂਤੜੇਬਾਜ਼ੀ ਉੱਤੇ ਕਰੜੀ ਨਜ਼ਰ ਰੱਖ ਕੇ ਚੱਲ ਰਿਹਾ ਸੀ। ਉਹ ਅਕਾਲੀ ਆਗੂਆਂ ਨੂੰ ਲੱਗੀ ਹੋਈ ਸਮਝੌਤੇ ਦੀ ਅਚਵੀ ਬਾਰੇ ਅਤੇ ਇਸ ਮਕਸਦ ਲਈ ਉਹਨਾਂ ਵੱਲੋਂ ਚੋਰਾਂ ਵਾਂਗ ਮਾਰੇ ਜਾ ਰਹੇ ਦਿੱਲੀ ਦੇ ਗੇੜਿਆਂ ਬਾਰੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਰਿਵਾਜਨ ਕਮਿਸ਼ਨ ਦੇ ਠੰਡੇ ਬਸਤੇ ਵਿੱਚ ਰੱਖ ਦੇਣ ਦੀਆਂ ਉਹਨਾਂ ਦੀਆਂ ਰਾਜਸੀ ਤਰਕੀਬਾਂ ਬਾਰੇ ਪੂਰੀ ਤਰ੍ਹਾਂ ਬਾਖਬਰ ਸੀ। ਉਸ ਨੂੰ ਆਪਣੇ ਭਰੋਸੇਯੋਗ ਵਸੀਲਿਆਂ ਤੋਂ ਇਹ ਖਬਰਾਂ ਅਚੁੱਕ ਮਿਲ ਰਹੀਆਂ ਸਨ ਕਿ ਕੇਂਦਰੀ ਹਾਕਮਾਂ ਨਾਲ ਗੱਲਬਾਤ ਦੇ ਕਈ ਖੁੱਲ੍ਹੇ ਤੇ ਗੁਪਤ ਗੇੜਾਂ ਤੋਂ ਬਾਅਦ ਅਕਾਲੀ ਆਗੂ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਨੂੰ ਕਿਸੇ ਹੱਦਬੰਦੀ ਕਮਿਸ਼ਨ ਦੇ ਪੇਟੇ ਪਾਉਣ, ਦਰਿਆਈ ਪਾਣੀਆਂ ਦੇ ਝਗੜੇ ਦਾ ਮਸਲਾ ਸੁਪਰੀਮ ਕੋਰਟ ਨੂੰ ਸੌਂਪਣ ਤੇ ਅਨੰਦਪੁਰ ਦੇ ਮਤੇ ਨੂੰ ਸਰਕਾਰੀਆ ਕਮਿਸ਼ਨ ਦੇ ਹਵਾਲੇ ਕਰ ਦੇਣ ਲਈ ਰਜ਼ਾਮੰਦ ਹੋ ਗਏ ਸਨ। ਇੱਥੋਂ ਤੱਕ ਕਿ ਪੰਜਾਬ ਨੂੰ ਸਾਲਮ ਚੰਡੀਗੜ੍ਹ ਨਾ ਮਿਲਣ ਦੀ ਸੂਰਤ 'ਚ ਕੁਝ ਅਕਾਲੀ ਆਗੂ ਕੇਂਦਰੀ ਹਾਕਮਾਂ ਦੀ ਚੰਡੀਗੜ੍ਹ ਦਾ 70 ਅਤੇ 30 ਦੇ ਅਨੁਪਾਤ ਵਿੱਚ ਬਟਵਾਰਾ ਕਰਨ ਦੀ ਤਜਵੀਜ਼ ਨਾਲ ਵੀ ਸਹਿਮਤ ਹੋ ਜਾਣ ਦਾ ਰੁਖ ਪ੍ਰਗਟਾ ਰਹੇ ਸਨ। ਇਸ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਤ ਭਿੰਡਰਾਂਵਾਲੇ ਸਿੱਖ ਸੰਗਤਾਂ ਨੂੰ ਵਾਰ-ਵਾਰ ਚੌਕੰਨੇ ਕਰ ਰਹੇ ਸਨ ਕਿ ਅਕਾਲੀ ਆਗੂਆਂ ਵੱਲੋਂ ਇੱਕ ਵਾਰ ਫਿਰ ਆਪਣਾ ਥੁੱਕਿਆ ਚੱਟਣ ਅਰਥਾਤ ਪੂਰੀਆਂ ਮੰਗਾਂ ਮਨਵਾਉਣ ਤੱਕ ਮੋਰਚਾ ਜਾਰੀ ਰੱਖਣ ਦੇ ਐਲਾਨਾਂ ਤੇ ਵਚਨਾਂ ਤੋਂ ਸ਼ਰੇਆਮ ਭੱਜ ਨਿਕਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾਂ ਵਾਂਗ ਹੀ ਸਿੱਖ ਸੰਗਤਾਂ ਨੂੰ ਧੋਖੇ ਤੇ ਹਨੇਰੇ 'ਚ ਰੱਖ ਕੇ ਕਿਸੇ ਲੂਲੇ ਲੰਗੜੇ ਸਮਝੌਤੇ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਅਕਾਲੀ ਆਗੂਆਂ ਦੁਆਰਾ ਇਤਿਹਾਸ ਅੰਦਰ ਵਾਰ-ਵਾਰ ਬਿਨਾਂ ਮੰਗਾਂ ਮਨਵਾਏ ਸੰਘਰਸ਼ ਨੂੰ ਅੱਧ ਵਿਚਾਲਿਓਂ ਡੋਬਾ ਦੇ ਜਾਣ ਦਾ ਸੱਚ ਸਿੱਖ ਜਨਤਾ ਦੇ ਮਨਾਂ ਅੰਦਰ ਯਾਦਾਂ ਦੀ ਛਿਲਤਰ ਬਣ ਕੇ ਖੁੱਭਿਆ ਪਿਆ ਸੀ। ਇਸ ਕਰਕੇ ਸੰਤ ਭਿੰਡਰਾਂਵਾਲੇ ਦੀਆਂ ਕੁਸੈਲੀਆਂ ਸਪਸ਼ਟ ਬਿਆਨੀਆਂ ਸਿੱਖ ਜਨਤਾ ਦੇ ਮਨਾਂ ਉੱਤੇ ਤਿੱਖਾ ਅਸਰ ਛੱਡ ਰਹੀਆਂ ਸਨ। ਸਿੱਖ ਜਨਤਾ ਦੀਆਂ ਨਜ਼ਰਾਂ 'ਚ ਅਕਾਲੀ ਆਗੂਆਂ ਨੂੰ ਕਾਣੇ ਸਾਬਤ ਕਰਨ ਵਿੱਚ ਉਸ ਨੂੰ ਭਾਰੀ ਸਫਲਤਾ ਮਿਲ ਰਹੀ ਸੀ। ਉਹ ਸਿੱਖ ਸੰਗਤਾਂ ਨੂੰ ਇਹ ਗੱਲ ਵਾਰ-ਵਾਰ ਚਿਤਾਰਨ ਤੋਂ ਨਹੀਂ ਸਨ ਉਕ ਰਹੇ ਕਿ ਮੈਂ ਕੋਈ ਤੁਹਾਡਾ ਆਗੂ ਨਹੀਂ, ਮੈਂ ਤਾਂ ਕੌਮ ਦਾ ਚੌਕੀਦਾਰ ਹਾਂ ਅਤੇ ਚੌਕੀਦਾਰ ਦੇ ਨਾਤੇ ਤੁਹਾਨੂੰ ਖਬਰਦਾਰ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ। ਮੈਂ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਉਕਣਾ ਨਹੀਂ। ਜੇ ਸਾਡਾ ਕੋਈ ਵੀ ਆਗੂ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਤੋਂ ਘੱਟ ਕਬੂਲ ਕਰ ਲੈਂਦਾ ਹੈ ਤਾਂ ਮੈਂ ਉਸ ਨੂੰ ਸੰਗਤਾਂ ਦੇ ਸਾਹਮਣੇ ਨੰਗਾ ਕਰਾਂਗਾ।
ਸੋ ਇਸ ਤਰ੍ਹਾਂ ਸੰਤ ਭਿੰਡਰਾਂਵਾਲਾ ਕਹਿਣ ਨੂੰ ਸਿਰਫ ਚੌਕੀਦਾਰ ਦਾ ਪਰ ਅਸਲੀਅਤ ਵਿੱਚ ਨਾਲ ਹੀ ਠਾਣੇਦਾਰ ਦਾ ਵੀ ਰੋਲ ਨਿਭਾ ਰਿਹਾ ਸੀ। ਉਸ ਵੱਲੋਂ ਅਕਾਲੀ ਆਗੂਆਂ ਦੀ ਰਾਜਨੀਤੀ, ਉਹਨਾਂ ਦੇ ਸਦਾਚਾਰ ਤੇ ਸੱਭਿਆਚਾਰ ਸਭ ਕੁਝ ਨੂੰ ਛੱਜ ਵਿੱਚ ਪਾ ਕੇ ਛੰਡਿਆ ਜਾ ਰਿਹਾ ਸੀ। ਇਖਲਾਕੀ ਤੌਰ ਤੇ ਕਾਣੇ ਤੇ ਰਾਜਸੀ ਤੌਰ ਤੇ ਨਿਤਾਣੇ ਹੋਏ ਅਕਾਲੀ ਆਗੂਆਂ ਨੂੰ ਮਜਬੂਰੀ ਵਸ ਸੰਤ ਭਿੰਡਰਾਂਵਾਲੇ ਦੀਆਂ ਤੱਤੀਆਂ ਠੰਡੀਆਂ ਸਭ ਸੁਣਨੀਆਂ ਤੇ ਸਹਿਣੀਆਂ ਪੈ ਰਹੀਆਂ ਸਨ। ਉਧਰ ਅਕਾਲੀ ਆਗੂਆਂ ਨੂੰ ਇਸ ਕਦਰ ਲਿਫਾ ਲੈਣ ਤੋਂ ਬਾਅਦ ਵੀ ਇੰਦਰਾ ਗਾਂਧੀ ਸਮਝੌਤੇ ਉੱਤੇ ਸਹੀ ਪਾਉਣ ਤੋਂ ਲਗਾਤਾਰ ਟਾਲ ਮਟੋਲ ਕਰਦੀ ਰਹੀ। ਅਸਲ ਵਿੱਚ ਜਿਵੇਂ ਕਿ ਦੱਸਿਆ ਜਾ ਚੁੱਕਾ ਹੈ, ਇੰਦਰਾ ਗਾਂਧੀ ਸਮਝੌਤੇ ਪ੍ਰਤੀ ਦਿਲੋਂ ਸੁਹਿਰਦ ਤੇ ਗੰਭੀਰ ਨਹੀਂ ਸੀ। ਸਮਝੌਤੇ ਲਈ ਗੱਲਬਾਤ ਦਾ ਸਾਰਾ ਅਡੰਬਰ ਅਕਾਲੀ ਆਗੂਆਂ ਨੂੰ ਛਲਣ ਤੇ ਨੀਵੇਂ ਦਿਖਾਉਣ ਲਈ ਹੀ ਰਚਿਆ ਗਿਆ ਸੀ। ਅਕਾਲੀ ਆਗੂ ਆਪਣੀ ਰਾਜਨੀਤਿਕ ਨਾਦਾਨੀ ਤੇ ਕੱਚਪੁਣੇ ਦੀ ਵਜ੍ਹਾ ਕਰਕੇ ਇੰਦਰਾ ਗਾਂਧੀ ਦੀ ਇਸ ਚਾਲ ਦਾ ਸੌਖ ਨਾਲ ਹੀ ਸ਼ਿਕਾਰ ਹੋ ਗਏ। ਲੋਕ ਕਥਾ ਅੰਦਰਲੇ ਗੰਡਿਆਂ ਦੇ ਚੋਰ ਵਾਂਗ ਉਹਨਾਂ ਗੰਡੇ ਵੀ ਖਾ ਲਏ, ਅਰਥਾਤ ਉਹ ਸਿੱਖ ਜਨਤਾ ਦੀਆਂ ਨਜ਼ਰਾਂ 'ਚ ਗਿਰ ਵੀ ਗਏ ਤੇ ਨਾਲ ਹੀ ਜੁਰਮਾਨਾ ਵੀ ਭਰਨਾ ਪੈ ਗਿਆ। ਭਾਵ ਸਮਝੌਤੇ ਦੇ ਫਲ ਹੜੱਪਣ ਤੋਂ ਵੀ ਜਾਂਦੇ ਰਹੇ, ਪਰ ਫਿਰ ਵੀ ਉਹਨਾਂ ਸਮਝੌਤੇ ਦੀ ਉਮੀਦ ਦਾ ਪੱਲਾ ਨਹੀਂ ਛੱਡਿਆ। ਕੇਂਦਰ ਸਰਕਾਰ ਉੱਤੇ ਹੋਰ ਵੱਧ ਦਬਾਅ ਪਾ ਕੇ ਉਸ ਨੂੰ ਸਮਝੌਤੇ ਲਈ ਰਾਜੀ ਜਾਂ ਮਜਬੂਰ ਕਰ ਲੈਣ ਦੀ ਧੁੰਦਲੀ ਉਮੀਦ ਨਾਲ ਉਹ ਸੰਘਰਸ਼ ਅੰਦਰ ਹੋਰ ਵੱਧ ਤੇਜ਼ੀ ਤੇ ਤੀਖਣਤਾ ਲਿਆਉਣ ਲਈ ਲਗਾਤਾਰ ਮਜਬੂਰ ਹੁੰਦੇ ਚਲੇ ਗਏ। ਰਸਤਾ ਰੋਕੋ ਦੀ ਸਫਲ ਕਾਰਵਾਈ ਤੋਂ ਬਾਅਦ ਅਕਾਲੀ ਦਲ ਦੇ 29 ਅਗਸਤ 1983 ਦੇ ਕੰਮ ਰੋਕੋ ਦੇ ਸੱਦੇ ਉੱਤੇ ਪੰਜਾਬ ਦੇ ਸਾਰੇ ਦਫ਼ਤਰਾਂ ਅਦਾਰਿਆਂ ਅੰਦਰ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਸੀ। 8 ਫਰਵਰੀ 1984 ਨੂੰ ਅਕਾਲੀ ਦਲ ਨੇ ਕੇਂਦਰ ਸਰਕਾਰ ਦੀਆਂ ਸਿੱਖ ਦੁਸ਼ਮਣ ਨੀਤੀਆਂ ਤੇ ਕਾਰਵਾਈਆਂ ਖਿਲਾਫ ਰੋਸ ਪ੍ਰਗਟਾਉਣ ਲਈ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ। ਪੰਜਾਬ ਦੀ ਜਨਤਾ ਨੇ, ਖਾਸ ਕਰਕੇ ਸਿੱਖ ਵਰਗ ਨੇ ਇਸ ਸੱਦੇ ਦਾ ਬਹੁਤ ਹੀ ਜੋਸ਼ੀਲਾ ਹੁੰਗਾਰਾ ਭਰਿਆ। ਹਿੰਦੂ ਕੱਟੜਵਾਦੀ ਜਥੇਬੰਦੀਆਂ ਨੇ ਵਿਰੋਧ ਤੇ ਸ਼ਰੀਕੇ ਦੀ ਨੀਤੀ ਉੱਤੇ ਚੱਲਦਿਆਂ ਹੋਇਆਂ ਅਕਾਲੀ ਦਲ ਦੇ ਪੰਜਾਬ ਬੰਦ ਦੇ ਸਫਲ ਐਕਸ਼ਨ ਦੇ ਮੋੜਵੇਂ ਜਵਾਬ ਵਿੱਚ 14 ਤੋਂ 20 ਫਰਵਰੀ ਤੱਕ ਪੰਜਾਬ ਬੰਦ ਸਪਤਾਹ ਮਨਾਉਣ ਦਾ ਐਲਾਨ ਕਰ ਦਿੱਤਾ। ਹਿੰਦੂ ਫਿਰਕਾ ਪ੍ਰਸਤ ਤੱਤਾਂ ਨੇ ਇਸ ਸੱਦੇ ਉੱਤੇ ਗਰਮਜੋਸ਼ੀ ਨਾਲ ਅਮਲ ਕਰਦਿਆਂ ਹੋਇਆਂ ਇੱਕ ਵਾਰ ਫਿਰ ਆਪਣੀ ਫਿਰਕੂ ਜ਼ਹਿਨੀਅਤ ਦਾ ਕਰੂਪ ਮੁਜ਼ਾਹਰਾ ਕੀਤਾ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਕੇਂਦਰਾਂ ਅੰਦਰ ਲਗਾਤਾਰ ਕਈ ਦਿਨਾਂ ਤੱਕ ਸਿੱਖਾਂ ਤੇ ਉਹਨਾਂ ਦੇ ਕਾਰੋਬਾਰੀ ਸਾਧਨਾਂ ਤੇ ਠਿਕਾਣਿਆਂ ਉੱਤੇ ਵਿਉਂਤਬੱਧ ਢੰਗ ਨਾਲ ਹਮਲੇ ਕੀਤੇ ਜਾਂਦੇ ਰਹੇ। ਅੰਮ੍ਰਿਤਸਰ ਵਿਖੇ 14 ਫਰਵਰੀ ਨੂੰ ਹਿੰਦੂ ਹੁੱਲੜਬਾਜ਼ਾਂ ਦੀ ਇੱਕ ਭੀੜ ਨੇ ਰੇਲਵੇ ਸਟੇਸ਼ਨ ਉੱਤੇ ਲੱਗੇ ਹੋਏ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਬਹੁਤ ਹੀ ਨਿਰਾਦਰੀ ਭਰੇ ਢੰਗ ਨਾਲ ਤੋੜ ਸੁੱਟਿਆ। ਪਾਣੀਪਤ ਤੇ ਯਮੁਨਾਨਗਰ ਦੇ ਸ਼ਹਿਰਾਂ ਜੋ ਹਿੰਦੂ ਹੁੱਲੜਬਾਜ਼ ਤੱਤਾਂ ਦੇ ਬਦਨਾਮ ਗੜ੍ਹ ਬਣ ਕੇ ਉੱਭਰ ਆਏ ਸਨ, ਅੰਦਰ 19 ਫਰਵਰੀ ਨੂੰ ਹਿੰਦੂ ਦੰਗਾਕਾਰੀਆਂ ਨੇ ਪੁੱਜ ਕੇ ਫਿਰਕੂ ਧਮੱਚੜ ਮਚਾਇਆ, ਜਿਸ ਵਿੱਚ ਘੱਟੋ ਘੱਟ 9 ਸਿੱਖਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 3 ਗੁਰਦੁਆਰਿਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ। ਕਿੰਨੀਆਂ ਹੀ ਸਿੱਖ ਦੁਕਾਨਾਂ ਅਤੇ ਵਾਹਨਾਂ ਨੂੰ ਲੂਹ ਸੁੱਟਿਆ ਗਿਆ। ਇਹ ਤਾਂਡਵ ਨਾਚ ਪੁਲਿਸ ਦੀ ਮੌਜੂਦਗੀ ਤੇ ਉਸ ਦੀ ਨੰਗੀ ਸ਼ਹਿ ਉੱਤੇ ਨੱਚਿਆ ਗਿਆ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਹਰਿਆਣਾ ਸਰਕਾਰ ਉੱਤੇ ਖੁੱਲ੍ਹੇਆਮ ਇਹ ਦੋਸ਼ ਲਾਇਆ ਕਿ ਹਰਿਆਣੇ ਅੰਦਰ 14 ਤੋਂ 20 ਫਰਵਰੀ ਤੱਕ ਜੋ ਕੁਝ ਵਾਪਰਿਆ ਉਹ ਸਰਕਾਰ ਦੀ ਮਿਲੀ ਭੁਗਤ ਬਗੈਰ ਕਦਾਚਿਤ ਨਹੀਂ ਸੀ ਵਾਪਰ ਸਕਦਾ। ਹਿੰਦੂ ਤੱਤਾਂ ਦੇ ਇਸ ਫਿਰਕੂ ਝੱਲਪੁਣੇ ਨੇ ਸੰਤ ਭਿੰਡਰਾਂਵਾਲੇ ਦੇ ਵਿਚਾਰਾਂ ਤੇ ਕਥਨਾਂ ਨੂੰ ਹੋਰ ਪ੍ਰਮਾਣਿਕਤਾ ਮੁਹੱਈਆ ਕਰ ਦਿੱਤੀ ਅਤੇ ਉਸ ਅੰਦਰ ਇਸ ਬੇਹੂਦਗੀ ਦਾ ਕਰਾਰਾ ਜਵਾਬ ਦੇਣ ਦਾ ਸੰਕਲਪ ਹੋਰ ਤਕੜਾਈ ਫੜ ਗਿਆ। ਇਸ ਸਥਿਤੀ ਤੋਂ ਚਿੰਤਾਗ੍ਰਸਤ ਹੋਏ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ 22 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਸਭਨਾਂ ਜ਼ਿਲ੍ਹਾ ਜਥੇਦਾਰਾਂ ਦਾ ਇਕੱਠ ਬੁਲਾ ਲਿਆ। ਇਸ ਇਕੱਠ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਕਿ ਸਿੱਖਾਂ ਦੀ ਹਿੰਦੂਆਂ ਨਾਲੋਂ ਅਲੱਗ ਪਛਾਣ ਉੱਤੇ ਬਲ ਦੇਣ ਲਈ 27 ਫਰਵਰੀ ਨੂੰ ਦਿੱਲੀ ਤੇ ਚੰਡੀਗੜ੍ਹ ਵਿੱਚ ਖੁੱਲ੍ਹੇ ਇਕੱਠ ਕਰਕੇ ਭਾਰਤੀ ਸੰਵਿਧਾਨ ਦੀ ਧਾਰਾ 25(2)(b) ਜੋ ਸਿੱਖ ਧਰਮ ਨੂੰ ਹਿੰਦੂ ਮੱਤ ਨਾਲ ਰਲਗੱਡ ਕਰਦੀ ਹੈ ਨੂੰ ਪਬਲਿਕ ਤੌਰ ਤੇ ਸਾੜਿਆ ਜਾਵੇ। ਅਕਾਲੀ ਦਲ ਦੇ ਇਸ ਐਲਾਨ ਦਾ ਦੇਸ਼ ਭਰ ਦੇ ਹਿੰਦੂ ਵਰਗ ਅੰਦਰ ਬਹੁਤ ਹੀ ਤਿੱਖਾ ਤੇ ਸੁਰੀਲਾ ਪ੍ਰਤੀਕਰਮ ਹੋਇਆ। ਹਿੰਦੂ ਪ੍ਰੈਸ ਅੰਦਰ ਇਸ ਨੂੰ ਸਿੱਖਾਂ ਦੀ ਭਾਰਤ ਦੇ ਸੰਵਿਧਾਨ ਤੋਂ ਨਾਬਰ ਹੋ ਜਾਣ ਦੀ ਦੇਸ਼ ਧਰੋਹੀ ਹਰਕਤ ਦਾ ਨਾਮ ਦਿੱਤਾ ਗਿਆ। ਹਿੰਦੂ ਪ੍ਰੈਸ ਵੱਲੋਂ ਸਿੱਖਾਂ ਵਿਰੁੱਧ ਚਿਰਾਂ ਤੋਂ ਚਲਾ ਰੱਖੀ ਹੋਈ ਭੰਡੀ ਪ੍ਰਚਾਰ ਦੀ ਮੁਹਿੰਮ ਅੰਦਰ ਹੋਰ ਵੱਧ ਬੇਹੂਦਗੀ ਲੈ ਆਂਦੀ ਗਈ। ਦੇਸ਼ ਦੇ ਸਾਰੇ ਪ੍ਰਮੁੱਖ ਹਿੰਦੂ ਅਖਬਾਰ, ਮੋਹਰੀ ਹਿੰਦੂ ਸੰਪਾਦਕ ਤੇ ਨਾਮੀ ਹਿੰਦੂ ਕਾਲਮ ਨਵੀਸ ਇੱਕ ਦੂਜੇ ਨਾਲੋਂ ਵੱਧ ਕੇ ਸਿੱਖਾਂ ਖਿਲਾਫ ਆਪਣੀ ਫਿਰਕੂ ਭੜਾਸ ਕੱਢਣ ਤੁਰ ਪਏ।
ਜਿਹੜੀ ਵੀ ਕੋਈ ਗੱਲ ਸਿੱਖਾਂ ਦੇ ਮਾਣ ਵਿੱਚ ਜਾਂਦੀ ਹੈ ਜਾਂ ਆਪਣੇ ਜਿਨ੍ਹਾਂ ਵਿਸ਼ੇਸ਼ ਗੁਣਾਂ ਤੇ ਰਵਾਇਤਾਂ ਉੱਤੇ ਸਿੱਖ ਕੌਮ ਹਮੇਸ਼ਾ ਹੀ ਮਾਣ ਕਰਦੀ ਆਈ ਹੈ, ਤੰਗ ਦਿਲੀ ਤੇ ਸਾੜੇ ਦੇ ਡੰਗੇ ਹਿੰਦੂ ਸੰਪਾਦਕਾਂ ਕਾਲਮ ਨਵੀਸਾਂ ਨੇ ਸਿੱਖ ਕੌਮ ਦੇ ਮਾਣ ਤੇ ਗੌਰਵ ਨੂੰ ਮਲੀਆ ਮੇਟ ਕਰ ਸੁੱਟਣ ਦੇ ਇਰਾਦੇ ਨਾਲ ਸਿੱਖ ਕੌਮ ਦੇ ਇਹਨਾਂ ਹੀ ਸ਼ਾਨ ਚਿੰਨ੍ਹਾਂ ਨੂੰ ਆਪਣੇ ਹਮਲੇ ਦਾ ਚੁਣਵਾਂ ਨਿਸ਼ਾਨਾ ਬਣਾਇਆ। ਹਿੰਦੂ ਹਾਕਮਾਂ ਦੀਆਂ ਫਿਰਕੂ ਵਿਤਕਰੇਬਾਜ਼ੀਆਂ ਤੇ ਬਦਗੁਮਾਨੀਆਂ ਦੇ ਹੱਥੋਂ ਤੰਗ ਆਏ ਸਿੱਖ ਆਗੂ ਵਾਰ-ਵਾਰ ਹਿੰਦੂਆਂ ਨੂੰ ਇਹ ਮਿਹਣਾ ਮਾਰਦੇ ਆ ਰਹੇ ਸਨ ਕਿ ਜਿਸ ਆਜ਼ਾਦੀ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਕੇ ਜਫਰ ਜਾਲੇ ਤੇ ਦੇਸ਼ ਅੰਦਰ ਆਪਣੀ ਵਸੋਂ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਕੁਰਬਾਨੀਆਂ ਦਿੱਤੀਆਂ, ਉਸੇ ਆਜ਼ਾਦੀ ਦੀਆਂ ਨਿਆਮਤਾਂ ਭੋਗ ਰਹੇ ਨਾ ਸ਼ੁਕਰੇ ਹਿੰਦੂ ਹਾਕਮਾਂ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਉਚੇਚਾ ਮੁੱਲ ਤਾਂ ਕੀ ਪਾਉਣਾ ਸੀ, ਉਹਨਾਂ ਕੋਲੋਂ ਉਹਨਾਂ ਦੇ ਬਣਦੇ ਹੱਕ ਵੀ ਖੋਹ ਲਏ ਗਏ ਹਨ ਅਤੇ ਉਹਨਾਂ ਨੂੰ ਦੇਸ਼ ਦੇ ਅੰਦਰ ਦੂਸਰੇ ਦਰਜੇ ਦੇ ਨਾਗਰਿਕ ਬਣਾ ਕੇ ਰੱਖ ਦਿੱਤਾ ਗਿਆ ਹੈ। ਦੂਜਾ, ਸਿੱਖਾਂ ਨੂੰ ਖਾਸ ਕਰਕੇ ਸਿੱਖ ਕਿਸਾਨੀ ਨੂੰ ਆਪਣੇ ਮਿਹਨਤੀ ਤੇ ਉਦਮੀ ਸੁਭਾਅ ਉੱਤੇ ਉਚੇਚਾ ਮਾਣ ਹੈ ਅਤੇ ਉਸ ਵੱਲੋਂ ਹਰੇ ਇਨਕਲਾਬ ਦੇ ਰੂਪ 'ਚ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਪਾਏ ਆਪਣੇ ਯੋਗਦਾਨ ਦਾ ਹਮੇਸ਼ਾ ਹੀ ਫਖਰ ਨਾਲ ਜ਼ਿਕਰ ਕੀਤਾ ਜਾਂਦਾ ਹੈ। ਸਿੱਖਾਂ ਦਾ ਦਾਅਵਾ ਹੈ ਕਿ ਇਹ ਪੰਜਾਬ ਦਾ ਸਿੱਖ ਕਿਸਾਨ ਹੀ ਹੈ ਜਿਸ ਨੇ ਆਪਣੀ ਹੱਡ ਭੰਨਵੀਂ ਮਿਹਨਤ ਤੇ ਜੁਗਤ ਨਾਲ ਪੰਜਾਬ ਅੰਦਰ ਅਨਾਜ ਦੀ ਪੈਦਾਵਾਰ ਅੰਦਰ ਵੱਡਾ ਇਜ਼ਾਫਾ ਕਰਕੇ ਦੇਸ਼ ਨੂੰ ਭੁੱਖਮਰੀ ਦੇ ਮੂੰਹ ਚੋਂ ਕੱਢ ਲਿਆਂਦਾ ਹੈ। ਸਿੱਖਾਂ ਦੇ ਇਹ ਦਾਅਵੇ ਬੇਬੁਨਿਆਦ ਨਹੀਂ ਹਨ, ਉਹਨਾਂ ਦੇ ਸ਼ਿਕਵੇ ਤੇ ਤਾਨੇ ਮਿਹਣੇ ਵੀ ਬੇਵਜ੍ਹਾ ਨਹੀਂ ਹਨ, ਪਰ ਭਾਰਤ ਦੇ ਹਿੰਦੂ ਹਾਕਮਾਂ ਅੰਦਰ ਅਸਲ ਦੇ ਵਿੱਚ ਆਮ ਰੂਪ ਵਿੱਚ ਹੀ ਹਿੰਦੂ ਵਰਗ ਅੰਦਰ ਇਸ ਸੱਚ ਨੂੰ ਸੁਣਨ ਦਾ ਮਾਜਣਾ ਨਹੀਂ ਹੈ। ਇਸ ਨੂੰ ਸਲੀਕੇ ਦੇ ਨਾਲ ਕਬੂਲ ਕਰਨਾ ਤਾਂ ਦੂਰ ਦੀ ਗੱਲ ਹੈ। ਸਿੱਖਾਂ ਦੇ ਮੂੰਹੋਂ ਇਹ ਸਵੈ ਵਡਿਆਈਆਂ ਤੇ ਮਿਹਣੇ ਸੁਣ ਕੇ ਹਿੰਦੂ ਮਨ ਕਿਸ ਤਰ੍ਹਾਂ ਭੁੱਜ ਕੇ ਕੌੜਾ ਹੋਇਆ ਪਿਆ ਸੀ, ਇਸ ਦਾ ਪਤਾ ਉਦੋਂ ਲੱਗਿਆ ਜਦ ਦੇਸ਼ ਦੇ ਮੋਹਰੀ ਹਿੰਦੂ ਅਖਬਾਰਾਂ ਨੇ ਸਿੱਖਾਂ ਦੇ ਇਹਨਾਂ ਯਥਾਰਥਕ ਦਾਅਵਿਆਂ ਦਾ ਭੱਦੇ ਢੰਗ ਨਾਲ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮੀਆਂ ਦੇ ਉਲਟ ਅੰਗਰੇਜ਼ਾਂ ਦੇ ਪਿੱਠੂ ਸਿੱਧ ਕਰਨ ਦੇ ਬਦਨੀਤੇ ਯਤਨ ਕੀਤੇ ਜਾਣ ਲੱਗੇ ਅਤੇ ਇਸ ਮਕਸਦ ਲਈ ਇਤਿਹਾਸ ਨੂੰ ਨਿਰਲੱਜਪੁਣੇ ਨਾਲ ਵਿਗਾੜ ਕੇ ਪੇਸ਼ ਕੀਤਾ ਜਾਣ ਲੱਗਾ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਕੁਝ ਅਹਿਮ ਮੋੜਾਂ ਤੇ ਘਟਨਾਵਾਂ ਨੂੰ ਸਮੁੱਚੇ ਸੰਦਰਭ ਨਾਲੋਂ ਤੋੜ ਕੇ ਬੇਈਮਾਨੀ ਭਰੇ ਤਰੀਕੇ ਨਾਲ ਗਲਤ ਰੰਗਾਂ ਤੇ ਅਰਥਾਂ ਵਿੱਚ ਪੇਸ਼ ਕਰਨ ਤੋਂ ਸੰਕੋਚ ਨਾ ਕੀਤਾ ਗਿਆ। 1849 ਵਿੱਚ ਖਾਲਸਾ ਰਾਜ ਨੂੰ ਤਬਾਹ ਕਰਨ ਅਤੇ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਹੇਠ ਦੇਣ ਵਿੱਚ ਪੂਰਬੀਆਂ ਦੁਆਰਾ ਅੰਗਰੇਜ਼ ਫੌਜਾਂ ਦਾ ਖੁੱਲ੍ਹ ਕੇ ਹੱਥ ਵਟਾਉਣ ਦੀ ਸ਼ਰਮਨਾਕ ਕਾਰਵਾਈ ਨੂੰ ਤਾਂ ਚੋਰੀ ਦੇ ਮਾਲ ਵਾਂਗੂ ਇਤਿਹਾਸ ਦੇ ਹਨੇਰੇ ਤਹਿਖਾਨਿਆਂ ਅੰਦਰ ਦਬਾ ਛੁਪਾ ਕੇ ਰੱਖਿਆ, ਜਦਕਿ ਪੂਰਬੀਆਂ ਦੀ ਇਸ ਸਿੱਖ ਦੁਸ਼ਮਣੀ ਦੇ ਸਿਰਫ 8 ਸਾਲਾਂ ਬਾਅਦ 1857 ਵਿੱਚ ਸਿੱਖਾਂ ਵੱਲੋਂ ਉਹਨਾਂ ਦੀ ਮਦਦ ਤੇ ਆਉਣ ਤੋਂ ਇਨਕਾਰੀ ਹੋ ਜਾਣ ਦੇ ਕਰਮ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ ਧਰੋ ਕਮਾਉਣ ਦਾ ਗੁਨਾਹ ਦੇ ਕੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਝੋਲੀ ਝੁੱਕ ਦਰਸਾਉਣ ਦੀਆਂ ਬਦਈਮਾਨ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸੇ ਹੀ ਤਰ੍ਹਾਂ ਹਰੇ ਇਨਕਲਾਬ ਅੰਦਰ ਸਿੱਖ ਕਿਸਾਨੀ ਦੀ ਮਿਹਨਤ ਤੇ ਉਦਮ ਨੂੰ ਨਕਾਰ ਕੇ ਇਸ ਦੀ ਸਫਲਤਾ ਦਾ ਸਾਰਾ ਮਾਣ ਸਰਕਾਰੀ ਇਮਦਾਦ ਨੂੰ ਦਿੱਤਾ ਜਾਣ ਲੱਗਾ। ਸਿਰਫ ਇੰਨਾ ਹੀ ਨਹੀਂ, ਸਿੱਖਾਂ ਦੇ ਧਰਮ, ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀਆਂ ਰਵਾਇਤਾਂ, ਇਤਿਹਾਸ ਅੰਦਰ ਉਹਨਾਂ ਦੇ ਕਾਰਨਾਮਿਆਂ ਤੇ ਉਹਨਾਂ ਦੀਆਂ ਆਕਾਂਖਿਆਵਾਂ ਸਾਰੇ ਕੁਝ ਨੂੰ ਗਲਤ ਰੰਗਾਂ ਵਿੱਚ ਚਿਤਰਨ ਦੀਆਂ ਭੜਕਾਊ ਕੋਸ਼ਿਸ਼ਾਂ ਕੀਤੀਆਂ ਗਈਆਂ। ਸਿੱਖਾਂ ਨੂੰ ਸੱਦੜ, ਲੋਲੇ, ਜਾਹਲ, ਜਮਾਂਦਰੂ ਤੌਰ ਤੇ ਵੈਸ਼ੀ, ਪਹਾੜੇ ਦੇ ਟੱਟੂ ਤੇ ਬੇਇਤਬਾਰੇ ਸਿੱਧ ਕਰਨ ਲਈ ਕੋਰੀ ਝੂਠ ਬਿਆਨੀ ਤੇ ਬੇਈਮਾਨੀ ਦਾ ਰਜਵਾਂ ਆਸਰਾ ਲਿਆ ਗਿਆ। ਇਸ ਤਰ੍ਹਾਂ ਦੇ ਪ੍ਰਭਾਵ ਵੀ ਦਿੱਤੇ ਗਏ ਕਿ ਸਿੱਖਾਂ ਦੀ ਨਸਲ ਤੇ ਜਾਤ ਅੰਦਰ ਹੀ ਕੁਝ ਜਮਾਂਦਰੂ ਐਬ ਤੇ ਊਣਤਾਈਆਂ ਹਨ। ਕੂੜ ਪ੍ਰਚਾਰ ਤੇ ਤੌਮਤਬਾਜ਼ੀ ਦੀ ਇਸ ਵਿਉਂਤਬੱਧ ਮੁਹਿੰਮ ਦਾ ਮਕਸਦ ਦੇਸ਼ ਅੰਦਰ ਸਿੱਖਾਂ ਦੇ ਖਿਲਾਫ ਇੱਕ ਤਕੜਾ ਕੇਸ ਤਿਆਰ ਕਰਨਾ ਸੀ। ਇਹ ਕੁੱਤੇ ਨੂੰ ਪਹਿਲਾਂ ਬਦਨਾਮ ਕਰੋ ਤੇ ਫਿਰ ਉਸ ਨੂੰ ਗੋਲੀ ਮਾਰ ਦੇਵੋ ਦੀ ਅੰਗਰੇਜ਼ੀ ਕਹਾਵਤ ਨੂੰ ਸਿੱਖਾਂ ਉੱਤੇ ਪਰਬੀਨਤਾ ਨਾਲ ਲਾਗੂ ਕਰਨ ਦੀ ਮੱਕਾਰ ਕੋਸ਼ਿਸ਼ ਸੀ। ਬੇਈਮਾਨੀ ਦੀ ਹੱਦ ਇਹ ਕਿ ਸੰਤ ਭਿੰਡਰਾਂਵਾਲੇ ਦੇ ਕਥਿਤ ਫਿਰਕੂ ਵਿਚਾਰਾਂ ਤੇ ਵੱਖਵਾਦੀ ਕਾਰਵਾਈਆਂ ਨੂੰ ਭੰਡਣ ਵਿੱਚ ਤਾਂ ਹਿੰਦੂ ਵਰਗ ਦਾ ਕੋਈ ਵੀ ਭਾਗ ਰਤੀ ਉਕਾਈ ਨਹੀਂ ਸੀ ਕਰ ਰਿਹਾ, ਪਰ ਨਾਮਵਰ ਹਿੰਦੂ ਸੰਪਾਦਕਾਂ ਤੇ ਕਾਲਮ ਨਵੀਸਾਂ ਵੱਲੋਂ ਅਖਬਾਰਾਂ ਭਰ ਕੇ ਵਰਤਾਈ ਜਾ ਰਹੀ ਇਸ ਫਿਰਕੂ ਜ਼ਹਿਰ ਦਾ ਉੱਕਾ ਹੀ ਕੋਈ ਨੋਟਿਸ ਨਹੀਂ ਸੀ ਲਿਆ ਜਾ ਰਿਹਾ। ਦੇਸ਼ ਅੰਦਰ ਦੋਹਰੇ ਕਾਨੂੰਨਾਂ ਤੇ ਹਿੰਦੂ ਵਰਗ ਦੇ ਦੋਹਰੇ ਮਿਆਰਾਂ ਦਾ ਇਸ ਤੋਂ ਨੰਗਾ ਸਬੂਤ ਹੋਰ ਕੀ ਹੋ ਸਕਦਾ ਸੀ। ਹਿੰਦੂ ਮੀਡੀਏ ਦੇ ਇਸ ਅੱਖੜ ਹਮਲਾਵਰ ਰੁਖ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਸਿੱਖਾਂ ਉੱਤੇ ਕਿਸੇ ਵੱਡੇ ਤੇ ਖੌਫਨਾਕ ਹਮਲੇ ਦੀਆਂ ਤਿਆਰੀਆਂ ਹੋ ਰਹੀਆਂ ਸਨ।
इस डरावनी स्थिति का सिख भाईचारे उत्ते दोहरा प्रभाव प्रगट होण लगा। पंजाब तो बाहरले राज्यां च वसदे सिख भाईचारे दे ज़्यादा हिस्से यकीनी तौर ते ही इस हालत का भारी मानसिक दबाव ते सहम महसूस करन लग पे सन। अजिहा होना गैर कुदरती नहीं सी। कारण यह कि पंजाब तो बाहर सिख भाईचारे का वड्डा भाग शहरां अंदर रहिंदा है अते ओह अपने आप नूं हर पक्ष तो बहुगिणती वर्ग विच बुरी तरह घिरिया महसूस करता है। भावें दिल्ली अंदर सिखां दी गिणती चौखी कही जा सकती है, पर उत्थे भी गिणती नालों अहम गल सत्ता अंदर हिस्सेदारी दी है। पंजाब तो बाहर वास्ते सिख भाईचारे दा यह सर्ब सांझा दुखांत ते दुर्भाग है कि उसकी किसी भी जगह राजसी सत्ता विच कोई पुगत नहीं। तकड़ी सिख वसों के बावजूद दिल्ली अंदर भी सिख भाईचारे नूं सत्ता अंदर मूलों ही ऊणी एवें ना मात्र ही नुमाइंदगी नसीब होंदी है। दिल्ली होवे जां हरियाणा, राजस्थान होवे जां उत्तर प्रदेश अते जां होर कोई भी भारू हिंदू राज, हर जगह ही राज सत्ता ते प्रशासन का खासा फिरकू है। इस करके इन्हां राज्यां अंदर सिख भाईचारा हिंदू बहुगिणती के राजनीतिक ते मनोविग्यानक दबाव हेठ रहिंदा है। धर्म युद्ध मोर्चे दौरान भारती हाकम ते हिंदू वर्ग अंदरलियां कट्टड़पंथी ताकतां पंजाब तो बाहरले सिख भाईचारे की इस त्रासदिक स्थिति का सिख कौम विरुद्ध अपने फिरकू जहाद अंदर सुचेत पद्धर ते एक हथियार के रूप च इस्तेमाल करन दी पहुँच ते नीति अपना के चल रही सन। उन्हां अमली तौर ते पंजाब तो बाहरले सिख भाईचारे नूं बंदी बना रखिया होया सी अते हर थोड़े वक्फे बाद इस सिख वर्ग की सुरक्षता का डरावा दे के सिख संघर्ष दीआं अगवानू ताकतां नूं ब्लैकमेल करन दे यतन किए जा रहे सन। टाइम्स ऑफ इंडिया के तत्कालीन मुख संपादक गिरी लाल जैन, जो उन्हीं दिनी सिखां विरुद्ध वेहुली प्रचार मुहिम का मोहरी बनया होया सी, द्वारा 7 मार्च 1984 नूं लिखिया गया संपादकी लेख इस ब्लैकमेल की राजनीति का सिक्केबंद नमूना मन्निया जा सकता है। सिख कौम विरुद्ध डरावे ते ब्लैकमेल की अखड़ भाषा का इस्तेमाल करदियां होया उसने लिखिया कि इतिहास अंदर सिख भाईचारे के 11 वज चुके हैं। उसनूं चाहिदा है कि वह घड़ी नूं पुट्ठा गेड़ा देवे। अजे भी इसकी संभावना मौजूद है। इस तो पहला कि रात के 12 वज जाण सिखां नूं इस चेतावनी वाल कंन कर लेना चाहिदा है। जेकर उस वेले राजसी दृश उत्ते संत भिंडरांवाला मौजूद ना हुंदा तां हिंदू वर्ग का यह कपटी हथियार पूरी तरह कारगर हो जाना सी, क्योंकि अकाली आगू अपने राजनीतिक नज़रिए ते शख्सी औगुणा के रलवें असर सदका यह दबाव कबूलन की जोरदार प्रवृत्ति रखते सन। इस वजह करके ही हिंदू आगुआं की हर यरकाऊ पैंतड़ेबाजी तो भयभीत होया दिल्ली का पतवंता सिख वर्ग फौरन संत हरचंद सिंह लौंगोवाल ते प्रकाश सिंह बादल वर्गे नरमपंथी अकाली आगुआं वाल भज लैंदा सी अते उन्हां कोलों विवेक ते रहम की मंग करन लग पैंदा सी। पर राजसी दृश उत्ते संत जरनैल सिंह भिंडरांवाले की खड़कवीं मौजूदगी हिंदू आगुआं दा यह कपटी दा फबण नहीं सी दे रही। यह नहीं कि संत भिंडरांवाले नूं पंजाब तो बाहर वसदे सिख भाईचारे नाल कोई लगा जां दर्द नहीं सी। असल गल यह सी कि उसका इस मसले प्रति दृष्टिकोण अहम रूप विच अलग सी। हर मसले वांग ही वह इस मसले नूं भी सिख कौम की आज़ादी के नुकता नज़र तो ही देखते सन। इस बारे उन्हां दा मत ते दलील यह सी कि गुलामी ते दाबे विरुद्ध संघर्ष कर रही कोई भी कौम भावें अपने किसी भी वर्ग की स्थिति ते हितां नूं नज़रअंदाज नहीं कर सकती, पर संघर्ष दौरान उसके बुनियादी नीतियां पैंतड़े उसके किसी एक वर्ग की सुरक्षा के सरोकारां तो निर्धारित नहीं हो सकते। यह समुची कौम की स्थिति ते हितां नूं मुख रख के घड़े जाने चाहिए हैं। जेकर आज़ादी के संघर्ष के इस बुनियादी असूल की पालना नहीं की जाती तो कोई भी कौम गुलामी के जूले नूं गलों लाउण के कारज विच सफल नहीं हो सकती, क्योंकि जाबर धिर लई खास करके जे वह बहुगिणती वर्ग होवे अते कपट ते कमीनगी उसके खून विच घुली होवे तां संघर्ष कर रही मजलूम धिर दे किसी वर्ग नूं यरगमाल बनाउणा कदे भी औखा नहीं हुंदा। अभागे घट गिनती भाईचारिਆਂ के खिलाफ तो यह हथियार वरतना होर भी सुखाला हो जाता है, क्योंकि घट गिनती भाईचारिਆਂ के कुछ हिस्से हमेशा ही दुश्मन धिर दे रहमो करम ते जी रहे होंदे हन।
ਸੰਘਰਸ਼ ਦੌਰਾਨ ਇਹਨਾਂ ਹਿੱਸਿਆਂ ਨੂੰ ਅਕਸਰ ਹੀ ਵੱਧ ਮਾਰ ਝੱਲਣੀ ਪੈ ਜਾਂਦੀ ਹੈ। 18ਵੀਂ ਸਦੀ 'ਚ ਜਦ ਮੁਗਲ ਹੁਕਮਰਾਨ ਲੜਾਕੂ ਸਿੰਘਾਂ ਦੇ ਬੇਵੱਸ ਅਤੇ ਨਿਰਦੋਸ਼ ਪਰਿਵਾਰਾਂ, ਸਿੰਘਣੀਆਂ ਅਤੇ ਬੱਚਿਆਂ ਨੂੰ ਅਕਸਰ ਹੀ ਨੂੜ ਕੇ ਲਾਹੌਰ ਲੈ ਜਾਇਆ ਕਰਦੇ ਸਨ, ਤਾਂ ਉਹ ਲੜਾਕੂ ਸਿੰਘਾਂ ਦਾ ਮਨੋਬਲ ਡੇਗਣ ਦੀ ਯੁੱਧ ਨੀਤਕ ਚਾਲ ਹੀ ਚੱਲ ਰਹੇ ਹੁੰਦੇ ਸਨ। ਅਜੋਕੇ ਸੰਸਾਰ ਅੰਦਰ ਲਗਭਗ ਹਰ ਸੰਘਰਸ਼ਸ਼ੀਲ ਕੌਮ ਨੂੰ ਹੀ ਇਸ ਕਠੋਰ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਸੰਤ ਜਰਨੈਲ ਸਿੰਘ ਇਸ ਮਸਲੇ ਨੂੰ ਇਸ ਦ੍ਰਿਸ਼ਟੀ ਤੋਂ ਹੀ ਦੇਖਣ ਤੇ ਨਜਿੱਠਣ ਦੀ ਅਡੋਲ ਪਹੁੰਚ ਅਪਣਾ ਕੇ ਚੱਲ ਰਹੇ ਸਨ। ਉਹ ਹਿੰਦੂ ਵਰਗ ਦੇ ਇਸ ਯਰਕਾਊ ਪੈਂਤੜੇ ਦਾ ਦਬਾਅ ਮੰਨਣ ਦੀ ਬਜਾਏ ਇਸ ਦਾ ਕਰਾਰਾ ਜਵਾਬ ਦੇਣ ਦੀ ਰਣਨੀਤੀ ਦੇ ਮੁੱਦਈ ਸਨ। ਸੰਤ ਜਰਨੈਲ ਸਿੰਘ ਤੁਰਤ ਫੁਰਤ ਇਨਸਾਫ ਤੇ ਬਦਲੇ ਦੀ ਰਾਜਨੀਤੀ ਵਿੱਚ ਤਕੜਾ ਵਿਸ਼ਵਾਸ ਰੱਖਦੇ ਸਨ, ਪਰ ਉਹਨਾਂ ਦਾ ਇਹ ਵਿਸ਼ਵਾਸ ਸਿਧਾਂਤ ਵਿਹੂਣਾ ਨਹੀਂ ਸੀ। ਕੋਈ ਵੀ ਮਸਲਾ ਹੋਵੇ, ਉਹ ਸਿੱਖ ਸਿਧਾਂਤਾਂ ਤੇ ਮਰਿਆਦਾ ਦਾ ਪਾਲਣ ਕਰਕੇ ਚੱਲਣ ਦੇ ਧਰਮ ਦਾ ਛੇਤੀ ਕੀਤਿਆਂ ਪੱਲਾ ਨਹੀਂ ਸਨ ਛੱਡਦੇ। ਇਸ ਕਰਕੇ ਜਦ ਉਹ ਦੁਸ਼ਮਣ ਦੇ ਹਰ ਹਮਲੇ ਦਾ ਤੁਰਤ ਤੇ ਕਰਾਰਾ ਜਵਾਬ ਦੇਣ ਦੀ ਗੱਲ ਕਰਦੇ ਸਨ, ਤਾਂ ਇਸ ਦਾ ਇਹ ਮਤਲਬ ਕਦਾਚਿਤ ਨਹੀਂ ਸੀ ਕਿ ਉਹ ਕਮੀਨਗੀ ਦਾ ਜਵਾਬ ਕਮੀਨਗੀ ਵਿੱਚ ਅਤੇ ਵਹਿਸ਼ਤ ਦਾ ਜਵਾਬ ਵਹਿਸ਼ਤ ਵਿੱਚ ਦੇਣ ਦਾ ਮਤ ਰੱਖਦੇ ਸਨ। ਉਹਨਾਂ ਦੀਆਂ ਮਗਰਲੇ ਸਮੇਂ ਦੀਆਂ ਤਕਰੀਰਾਂ ਨੂੰ ਜੇਕਰ ਗੌਰ ਤੇ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਇਹ ਪਛਾਣਨਾ ਔਖਾ ਨਹੀਂ ਕਿ ਜਿੱਥੇ ਹਿੰਦੂ ਹਾਕਮਾਂ ਦੀਆਂ ਦਿਲ ਦੁਖਾਵੀਆਂ ਹਰਕਤਾਂ ਤੇ ਕਾਰਵਾਈਆਂ ਉੱਤੇ ਨਾਰਾਜ਼ਗੀ ਪ੍ਰਗਟਾਉਣ ਵੇਲੇ ਉਹਨਾਂ ਦੀ ਸੁਰ ਖਰਵੀਂ ਹੋ ਰਹੀ ਸੀ, ਉੱਥੇ ਉਹ ਆਪਣੇ ਸਮਰਥਕਾਂ ਸੇਵਕਾਂ ਨੂੰ ਅੱਤ ਦਰਜੇ ਦੀਆਂ ਭੜਕਾਹਟ ਭਰੀਆਂ ਹਾਲਤਾਂ ਵਿੱਚ ਵੀ ਆਪਣੇ ਨੈਤਿਕ ਧਰਮ ਵਿੱਚ ਅਡਿੱਗ ਰਹਿਣ ਦੀ ਜ਼ੋਰਦਾਰ ਤਾਕੀਦ ਕਰਨੀ ਨਹੀਂ ਸਨ ਭੁੱਲਦੇ। ਉਦਾਹਰਣ ਵਜੋਂ ਜਦ ਉਹਨਾਂ ਕੋਲ ਕੁਝ ਫਿਰਕੂ ਤੇ ਵਹਿਸ਼ੀ ਜਹਿਨੀਅਤ ਵਾਲੇ ਪੁਲਿਸ ਮੁਲਾਜ਼ਮਾਂ ਦੁਆਰਾ ਥਾਣਿਆਂ ਅੰਦਰ ਸਿੱਖ ਪਰਿਵਾਰਾਂ ਦੇ ਮਰਦ ਮੈਂਬਰਾਂ ਦੇ ਸਾਹਮਣੇ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਨਗਨ ਕੀਤੇ ਜਾਣ ਦੀਆਂ ਦਿਲ ਵਿੰਨਵੀਆਂ ਰਿਪੋਰਟਾਂ ਪਹੁੰਚਣ ਲੱਗੀਆਂ, ਤਾਂ ਉਹਨਾਂ ਜਿੱਥੇ ਅਜਿਹੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਣਦੀ ਸਜ਼ਾ ਦੇਣ ਦਾ ਤਿੱਖਾ ਫਰਮਾਨ ਜਾਰੀ ਕਰ ਦਿੱਤਾ, ਉੱਥੇ ਨਾਲ ਹੀ ਇਹ ਜ਼ੋਰਦਾਰ ਹਦਾਇਤ ਦੇਣੀ ਨਹੀਂ ਭੁੱਲੇ ਕਿ ਦੁਸ਼ਮਣ ਦੀ ਹਰਕਤ ਕਿੰਨੀ ਵੀ ਗਲੀਜ਼ ਤੇ ਭੜਕਾਊ ਕਿਉਂ ਨਾ ਹੋਵੇ, ਕਿਸੇ ਦੀ ਨਿਰਦੋਸ਼ ਧੀ ਭੈਣ ਉੱਤੇ, ਹਿੰਦੂ ਪਰਿਵਾਰ ਦੀ ਉੱਤੇ ਤਾਂ ਖਾਸ ਕਰਕੇ ਹੀ ਕਿਸੇ ਵੀ ਸੂਰਤ ਕੋਈ ਆਂਚ ਨਹੀਂ ਆਉਣੀ ਚਾਹੀਦੀ। ਮਤਲਬ ਇਹ ਕਿ ਬਦਲਾ ਲੈਣ ਵੇਲੇ ਨੈਤਿਕ ਕਦਰਾਂ ਕੀਮਤਾਂ ਤੇ ਸਿੱਖ ਕੌਮ ਦੀਆਂ ਗੌਰਵਸ਼ਾਲੀ ਪਰੰਪਰਾ ਨੂੰ ਕਿਸੇ ਵੀ ਹਾਲਤ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਉਹ ਖਾਸ ਤੌਰ ਤੇ ਸਿੱਖਾਂ ਨੂੰ ਲੁੱਟਾਂ ਖੋਹਾਂ ਕਰਨ, ਦੁਕਾਨਾਂ ਨੂੰ ਅੱਗਾਂ ਲਾਉਣ, ਰੇੜੀਆਂ ਵਾਲੇ ਗਰੀਬ ਜਾਇਆਂ ਨੂੰ ਮਾਰਨ ਅਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਤੋਂ ਸਖਤੀ ਨਾਲ ਮਨ੍ਹਾ ਕਰਦੇ ਸਨ। ਇਹ ਕਥਨ ਉਹ ਵਾਰ-ਵਾਰ ਦੁਹਰਾਉਂਦੇ ਸਨ ਕਿ ਸਿੱਖਾਂ ਲਈ ਹਥਿਆਰ ਰੱਖ ਕੇ ਨਿਰਦੋਸ਼ ਬੰਦਾ ਮਾਰਨਾ ਪਾਪ ਹੈ, ਪਰ ਹਥਿਆਰ ਰੱਖ ਕੇ ਹੱਕ ਨਾ ਲੈਣੇ ਉਸ ਤੋਂ ਵੀ ਵੱਡਾ ਪਾਪ ਹੈ। ਪਰ ਜਿਵੇਂ ਕਿ ਪਿੱਛੇ ਜ਼ਿਕਰ ਹੋ ਚੁੱਕਾ ਹੈ, ਇੱਕ ਪੜਾਅ ਤੇ ਜਾ ਕੇ ਸੰਤ ਜਰਨੈਲ ਸਿੰਘ ਦੇ ਮਨ ਅੰਦਰ ਦੁਸ਼ਮਣ ਦੀਆਂ ਕਾਨੂੰਨ ਤੇ ਇਖਲਾਕ ਤੋਂ ਗਿਰੀਆਂ ਹੋਈਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਬਚਾਓ ਦੇ ਹਥਿਆਰ ਵਜੋਂ ਪੰਜਾਬ ਅੰਦਰ ਹਿੰਦੂਆਂ ਦੇ ਚੁਣਵੇਂ ਕਤਲਾਂ ਦੀ ਸੋਚ ਗੇੜੇ ਕੱਢਣ ਲੱਗ ਗਈ ਸੀ। ਇਸ ਦੀ ਉਹਨਾਂ ਆਪਣੇ ਵੱਲੋਂ ਸਿਧਾਂਤਕ ਵਾਜਬੀਅਤ ਵੀ ਦੇਣੀ ਸ਼ੁਰੂ ਕਰ ਦਿੱਤੀ ਸੀ। ਹਿੰਦੂ ਹਾਕਮਾਂ ਵੱਲੋਂ ਪੰਜਾਬ ਤੋਂ ਬਾਹਰ ਵਸਦੇ ਸਿੱਖ ਭਾਈਚਾਰੇ ਨੂੰ ਬੰਦੀ ਬਣਾ ਕੇ ਵਰਤਣ ਦੀ ਯੁੱਧ ਚਾਲ ਨੂੰ ਬੇਅਸਰ ਕਰਨ ਲਈ ਇਹ ਜਵਾਬੀ ਯੁੱਧ ਨੀਤਕ ਤਰਕੀਬ ਸੀ। ਇਸ ਕਰਕੇ ਜਦ 4 ਅਕਤੂਬਰ 1983 ਨੂੰ ਢਿਲਵਾਂ ਜ਼ਿਲ੍ਹਾ ਕਪੂਰਥਲਾ ਦੇ ਨੇੜੇ ਕੁਝ ਅਗਿਆਤ ਸਿੱਖ ਨੌਜਵਾਨਾਂ ਨੇ ਇੱਕ ਮੁਸਾਫਰ ਬੱਸ ਵਿੱਚੋਂ 6 ਹਿੰਦੂ ਸਵਾਰੀਆਂ ਨੂੰ ਅਲੱਗ ਛਾਂਟ ਕੇ ਗੋਲੀਆਂ ਨਾਲ ਭੁੰਨ ਸੁੱਟਣ ਦਾ ਖੂਨੀ ਕਾਰਾ ਕਰ ਦਿੱਤਾ, ਤਾਂ ਸੰਤ ਭਿੰਡਰਾਂਵਾਲੇ ਨੇ ਇਸ ਵਾਰਦਾਤ ਦੀ ਰਸਮੀ ਤੌਰ ਤੇ ਨਿੰਦਿਆ ਕਰਦਿਆਂ ਹੋਇਆਂ ਨਾਲ ਹੀ ਇਸ ਕਾਂਡ ਦੇ ਝੱਟ ਪਿੱਛੋਂ ਕੇਂਦਰੀ ਸਰਕਾਰ ਦੁਆਰਾ ਪੰਜਾਬ ਅੰਦਰ ਦਰਬਾਰਾ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣ ਦੇ ਫੈਸਲੇ ਉੱਤੇ ਆਪਣੀ ਖੁਸ਼ੀ ਤੇ ਤਸੱਲੀ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ। ਸੰਤ ਭਿੰਡਰਾਂਵਾਲੇ ਦੇ ਇਸ ਪ੍ਰਤੀਕਰਮ ਦੀ ਰੌਸ਼ਨੀ ਵਿੱਚ ਇਸ ਸਵਾਲ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ ਕਿ ਇਹ ਕਾਰਵਾਈ ਸਿੱਖ ਜੁਝਾਰੂਆਂ ਦੀ ਹੀ ਸੀ ਜਾਂ ਸਿੱਖ ਜੁਝਾਰੂਆਂ ਦੇ ਨਾਂ ਹੇਠ ਇਹ ਸਰਕਾਰੀ ਏਜੰਸੀਆਂ ਦੇ ਭੜਕਾਊ ਏਜੰਟਾਂ ਦੀ ਕਾਰਸਤਾਨੀ ਸੀ। ਇਹ ਕਾਰਵਾਈ ਕਿਸੇ ਨੇ ਵੀ ਕੀਤੀ, ਸੰਤ ਭਿੰਡਰਾਂਵਾਲੇ ਨੂੰ ਇਹ ਬਹੁਤੀ ਗਲਤ ਨਹੀਂ ਸੀ ਲੱਗੀ ਅਤੇ ਉਹ ਇਸ ਦੇ ਰਾਜਸੀ ਨਤੀਜਿਆਂ ਉੱਤੇ ਦਿਲੋਂ ਪ੍ਰਸੰਨ ਸਨ। ਸੋ ਇਸ ਤਰ੍ਹਾਂ ਕੇਂਦਰੀ ਹਾਕਮਾਂ ਤੇ ਹਿੰਦੂ ਵਰਗ ਦੇ ਆਗੂਆਂ ਦੀਆਂ ਵਧਵੀਆਂ ਸਿੱਖ ਦੋਖੀ ਹਰਕਤਾਂ ਦੇ ਜਵਾਬ ਵਿੱਚ ਸੰਤ ਜਰਨੈਲ ਸਿੰਘ ਦੀਆਂ ਰਾਜਸੀ ਪੋਜੀਸ਼ਨਾਂ ਤੇ ਪੈਂਤੜਿਆਂ ਅੰਦਰ ਵਧੇਰੇ ਕਠੋਰਤਾ ਆਉਂਦੀ ਚਲੀ ਗਈ।
ਪਹਿਲਾਂ ਉਹ ਪੱਤਰਕਾਰਾਂ ਦੇ ਲੱਖ ਯਤਨ ਕਰਨ ਦੇ ਬਾਵਜੂਦ ਅਨੰਦਪੁਰ ਸਾਹਿਬ ਦੇ ਮਤੇ ਦੇ ਘੇਰੇ ਤੋਂ ਬਾਹਰ ਕਦਮ ਧਰਨ ਲਈ ਤਿਆਰ ਨਹੀਂ ਸਨ ਹੁੰਦੇ। ਹੌਲੀ-ਹੌਲੀ ਉਹ ਅਸਿੱਧੇ ਢੰਗ ਨਾਲ ਖਾਲਿਸਤਾਨ ਦੇ ਵਿਚਾਰ ਦੀ ਪ੍ਰੋੜਤਾ ਕਰਨ ਲੱਗ ਪਏ ਸਨ। ਪੱਤਰਕਾਰਾਂ ਵੱਲੋਂ ਖਾਲਿਸਤਾਨ ਦੀ ਮੰਗ ਬਾਰੇ ਪੁੱਛਣ ਤੇ ਉਹਨਾਂ ਦਾ ਇਹ ਪੱਕਾ ਜਵਾਬ ਹੁੰਦਾ ਸੀ ਕਿ ਅਸੀਂ ਖਾਲਿਸਤਾਨ ਮੰਗਦੇ ਨਹੀਂ, ਪਰ ਜੇਕਰ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਮੋੜਾਂਗੇ ਨਹੀਂ। ਇਹ ਵੀ ਕਿ ਅਸੀਂ 1947 ਵਾਲੀ ਗਲਤੀ ਨਹੀਂ ਕਰਨੀ, ਜਿਸ ਦਾ ਸਾਫ਼ ਇਸ਼ਾਰਾ ਸਿੱਖ ਕੌਮ ਦੇ ਖੁਦਮੁਖਤਿਆਰ ਰਾਜ ਵੱਲ ਸੀ। ਮਗਰਲੇ ਸਮੇਂ 'ਚ ਉਹ ਇਸ ਧਾਰਨਾ ਨੂੰ ਵਾਰ-ਵਾਰ ਅਤੇ ਜ਼ੋਰ ਦੇ ਕੇ ਦੁਹਰਾਉਣ ਲੱਗ ਪਏ ਸਨ। ਉਹਨਾਂ ਦੇ ਹਰ ਪ੍ਰਤੀਕਰਮ ਤੇ ਪ੍ਰਵਚਨ ਦਾ ਮੁੱਖ ਜ਼ੋਰ ਭਾਰਤ ਅੰਦਰ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਕਰਾਉਣਾ ਅਤੇ ਇਸ ਗੁਲਾਮੀ ਨੂੰ ਗਲੋਂ ਲਾਉਣ ਲਈ ਰਾਜਨੀਤਿਕ ਤੇ ਮਾਨਸਿਕ ਪੱਧਰ ਤੇ ਤਿਆਰ ਕਰਨਾ ਸੀ। ਇਸ ਤਰ੍ਹਾਂ ਉਹ ਆਪਣੇ ਪ੍ਰਵਚਨਾਂ ਤੇ ਅਮਲਾਂ ਦੇ ਜ਼ਰੀਏ ਸਿੱਖਾਂ ਅੰਦਰ ਕੌਮੀ ਚੇਤਨਾ ਤੇ ਆਜ਼ਾਦੀ ਦੀ ਭਾਵਨਾ ਪ੍ਰਚੰਡ ਕਰਦੇ ਰਹੇ। ਅਜੋਕੇ ਇਤਿਹਾਸ ਅੰਦਰ ਹੋਰ ਕਿਸੇ ਵੀ ਸਿੱਖ ਰਹਿਬਰ ਨੇ ਸਿੱਖ ਕੌਮ ਦੇ ਵਿਕਾਸ ਦੇ ਰਾਜਸੀ ਅਮਲ ਨੂੰ ਇਸ ਕਦਰ ਉਗਾਸਾ ਨਹੀਂ ਦਿੱਤਾ। ਅਕਾਲੀ ਲੀਡਰਸ਼ਿਪ ਦੀ ਦੁਖਾਂਤਕ ਹੋਣੀ। ਉਧਰ ਅਕਾਲੀ ਆਗੂਆਂ ਦੀ ਹਾਲਤ ਲਗਾਤਾਰ ਦੁਖਾਂਤਮਈ ਬਣੀ ਹੋਈ ਸੀ। ਉਹ ਜਿਸ ਰਾਜਸੀ ਦਲਦਲ ਵਿੱਚ ਫਸ ਗਏ ਸਨ, ਉਸ ਚੋਂ ਨਿਕਲਣ ਲਈ ਉਹ ਜਿੰਨਾ ਜ਼ੋਰ ਮਾਰਦੇ ਸਨ, ਉਨਾ ਹੀ ਉਸ ਵਿੱਚ ਹੋਰ ਡੂੰਘਾ ਧੱਸੀ ਜਾ ਰਹੇ ਸਨ। ਸਿੱਖ ਭਾਈਚਾਰੇ ਅੰਦਰ ਜਿਸ ਤੇਜ਼ੀ ਨਾਲ ਅਤੇ ਜਿਸ ਪੈਮਾਨੇ ਉੱਤੇ ਸੰਤ ਭਿੰਡਰਾਂਵਾਲੇ ਦੀ ਰਾਜਸੀ ਮਾਨਤਾ ਸਥਾਪਿਤ ਹੁੰਦੀ ਜਾ ਰਹੀ ਸੀ, ਉਸ ਨਾਲ ਅਕਾਲੀ ਲੀਡਰਸ਼ਿਪ ਦਾ ਰਾਜਨੀਤਿਕ ਕੈਰੀਅਰ ਗੰਭੀਰ ਰੂਪ 'ਚ ਖਤਰੇ ਮੂੰਹ ਆ ਗਿਆ ਸੀ। ਇਸ ਕਰਕੇ ਇਸ ਹਨੇਰੀ ਨੂੰ ਜਿੰਨਾ ਹੋ ਸਕੇ ਤੇ ਜਿੰਨੀ ਜਲਦੀ ਹੋ ਸਕੇ ਡੱਕਾ ਲਾਉਣਾ ਅਕਾਲੀ ਲੀਡਰਸ਼ਿਪ ਦੀ ਸ਼ਿੱਦਤ ਭਰੀ ਲੋੜ ਬਣੀ ਖੜੀ ਸੀ। ਪਰ ਉਸ ਵੱਲੋਂ ਇਸ ਦਿਸ਼ਾ 'ਚ ਪੁੱਟਿਆ ਹਰ ਕਦਮ ਪੁੱਠਾ ਪੈ ਰਿਹਾ ਸੀ। ਨਾ ਤਾਂ ਉਹ ਸੰਤ ਭਿੰਡਰਾਂਵਾਲੇ ਨੂੰ ਰਾਜਸੀ ਤੌਰ ਤੇ ਖਦੇੜਨ ਵਿੱਚ ਸਫਲ ਹੋ ਰਹੀ ਸੀ ਅਤੇ ਨਾ ਧਾਰਮਿਕ ਜਾਂ ਸ਼ਖਸੀ ਕਿਸੇ ਵੀ ਪੱਖ ਤੋਂ ਉਸ ਨੂੰ ਘੇਰਨ ਤੇ ਢਾਹ ਲਾਉਣ ਦੀ ਕੋਈ ਚਾਲ ਹੀ ਕਾਰਆਮਦ ਹੋ ਰਹੀ ਸੀ। ਅਕਾਲੀ ਲੀਡਰਸ਼ਿਪ ਦੀਆਂ ਸਿਧਾਂਤਕ ਉਲਝਣਾਂ ਤੇ ਅੰਦਰੂਨੀ ਅਸੰਗਤੀਆਂ ਨੇ ਉਸ ਨੂੰ ਅਮਲੀ ਤੌਰ ਤੇ ਸੰਤ ਭਿੰਡਰਾਂਵਾਲੇ ਮੂਹਰੇ ਪੂਰੀ ਤਰ੍ਹਾਂ ਬੇਵਸ ਕਰਕੇ ਰੱਖ ਦਿੱਤਾ ਸੀ। ਬੇਸ਼ੱਕ ਅਕਾਲੀ ਲੀਡਰਸ਼ਿਪ ਅੰਦਰਲੇ ਨਰਮ ਖਿਆਲੀ ਵਰਗ ਨੇ ਸੰਤ ਭਿੰਡਰਾਂਵਾਲੇ ਦੇ ਗਰਮ ਖਿਆਲੀ ਵਿਚਾਰਾਂ ਤੇ ਕਾਰਨਾਮਿਆਂ ਦੇ ਪ੍ਰਭਾਵ ਨੂੰ ਰੱਦਣ ਦੇ ਮੰਤਵ ਨਾਲ ਸਿੱਖ ਪੰਥ ਦੀਆਂ ਮੰਗਾਂ ਤੇ ਮਸਲਿਆਂ ਦੀ ਨਰਮ ਖਿਆਲੀ ਦ੍ਰਿਸ਼ਟੀਕੋਣ ਤੋਂ ਪੇਸ਼ਕਾਰੀ ਕਰਨ ਦੀ ਇੱਕ ਵਿਆਪਕ ਪ੍ਰਚਾਰ ਮੁਹਿੰਮ ਚਲਾ ਰੱਖੀ ਹੋਈ ਸੀ। ਪਰ ਇਹ ਮੁਹਿੰਮ ਵੀ ਸੰਤ ਭਿੰਡਰਾਂਵਾਲੇ ਦਾ ਨੁਕਸਾਨ ਘੱਟ ਤੇ ਫਾਇਦਾ ਵੱਧ ਕਰ ਰਹੀ ਸੀ, ਕਿਉਂਕਿ ਇਸ ਨਾਲ ਆਮ ਤੋਂ ਆਮ ਸਿੱਖ ਜਨਤਾ ਵੀ ਕਾਇਲ ਹੋ ਕੇ ਸਿੱਖ ਸੰਘਰਸ਼ ਦੀਆਂ ਸਫਾਂ 'ਚ ਸ਼ਾਮਲ ਹੋ ਰਹੀ ਸੀ ਅਤੇ ਆਪਣੀ ਚਮਤਕਾਰੀ ਸ਼ਖਸੀਅਤ ਤੇ ਪ੍ਰਭਾਵਸ਼ਾਲੀ ਭਾਸ਼ਣ ਕਲਾ ਦੀ ਬਦੌਲਤ ਸੰਤ ਜਰਨੈਲ ਸਿੰਘ ਲਈ ਇਸ ਸਿੱਖ ਜਨਤਾ ਨੂੰ ਸਿੱਖ ਚੇਤਨਾ ਦਾ ਅਗਲਾ ਪਾਠ ਪੜ੍ਹਾਉਣਾ ਤੇ ਸਿੱਖ ਸੰਘਰਸ਼ ਦੀ ਅਗਲੀ ਪੌੜੀ ਤੇ ਲੈ ਚੜ੍ਹਨਾ ਉੱਕਾ ਹੀ ਮੁਸ਼ਕਲ ਕੰਮ ਨਹੀਂ ਸੀ। ਦੂਜਾ, ਖੁਦ ਅਕਾਲੀ ਲੀਡਰਸ਼ਿਪ ਦਾ ਹੀ ਇੱਕ ਵਰਗ, ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਉਸ ਦਾ ਹਮਾਇਤੀ ਘੇਰਾ ਸਿੱਖ ਕੌਮ ਦੀਆਂ ਮੰਗਾਂ ਮਸਲਿਆਂ ਦੀ ਰਤਾ ਕੁ ਵੱਧ ਗਰਮ ਖਿਆਲੀ ਰੈਡੀਕਲ ਪੇਸ਼ਕਾਰੀ ਦਾ ਜ਼ਾਹਰਾ ਝੁਕਾਅ ਪ੍ਰਗਟਾ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਤਰਫੋਂ ਉਚੇਚੇ ਤੌਰ ਤੇ ਅਜਿਹੀ ਪ੍ਰਚਾਰ ਸਮੱਗਰੀ ਜਾਰੀ ਕੀਤੀ ਜਾ ਰਹੀ ਸੀ ਜੋ ਸਿੱਖ ਜਨਤਾ ਅੰਦਰ ਅਲੱਗ ਪਛਾਣ ਤੇ ਸੁਤੰਤਰ ਹਸਤੀ ਦੇ ਜਜ਼ਬੇ ਨੂੰ ਲਗਾਤਾਰ ਤਕੜਾਈ ਬਖਸ਼ ਰਹੀ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਉਸਦੇ ਹਮਾਇਤੀ ਧੜੇ ਵੱਲੋਂ ਅਨੰਦਪੁਰ ਸਾਹਿਬ ਦੇ 1973 ਵਾਲੇ ਮਤੇ ਦਾ ਅਸਲੀ ਨਾਲੋਂ ਥੋੜਾ ਬਦਲਵਾਂ ਤੇ ਵਿਗਾੜਿਆ ਰੂਪ ਜਾਰੀ ਕਰਨ ਦੀ ਨਰਮਪੰਥੀ ਚਾਲ ਦੇ ਜਵਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1973 ਵਾਲੇ ਮਤੇ ਦਾ ਮੌਲਿਕ ਖਰੜਾ ਵੱਡੀ ਪੱਧਰ ਤੇ ਛਪਵਾ ਕੇ ਵੰਡਿਆ ਅਤੇ ਇਸ ਵਿੱਚ ਦਰਜ ਵੱਧ ਤੇਜ਼ ਤਰਾਰ ਸਿਧਾਂਤਕ ਪੋਜੀਸ਼ਨਾਂ ਨੂੰ ਉਚੇਚਾ ਉਭਾਰ ਕੇ ਪੇਸ਼ ਕੀਤਾ ਗਿਆ। ਇਸੇ ਹੀ ਸਮੇਂ ਦੌਰਾਨ ਵੱਖਰੀ ਸਿੱਖ ਕੌਮ ਦੀ ਧਾਰਨਾ ਦਾ ਵਿਆਪਕ ਪੈਮਾਨੇ ਤੇ ਪ੍ਰਚਾਰ ਪ੍ਰਸਾਰ ਕੀਤਾ ਗਿਆ। ਇਸ ਮਕਸਦ ਲਈ ਦੋ ਸਿੱਖ ਵਿਦਵਾਨਾਂ ਸਰਦਾਰ ਦਵਿੰਦਰ ਸਿੰਘ ਦੁੱਗਲ ਅਤੇ ਪ੍ਰਿੰਸੀਪਲ ਲਾਭ ਸਿੰਘ ਦੁਆਰਾ ਲਿਖੇ ਗਏ ਦੋ ਕਿਤਾਬਚੇ ਵੱਡੀ ਤਾਦਾਦ 'ਚ ਛਾਪ ਕੇ ਵੰਡੇ ਗਏ। ਇਸ ਦਾ ਅਸਰ ਇਹ ਹੋਇਆ ਕਿ ਪਹਿਲਾਂ ਵੱਖਰੀ ਸਿੱਖ ਕੌਮ ਦੀ ਜਿਹੜੀ ਧਾਰਨਾ ਸਿੱਖਾਂ ਅੰਦਰ ਮਨਾਹੀ ਦਾ ਦਰਜਾ ਹਾਸਲ ਕਰਕੇ ਰਹਿ ਗਈ ਸੀ, ਉਹ ਹੁਣ ਸਿੱਖਾਂ ਲਈ ਬਹੁਤ ਹੀ ਆਮ ਮੁਹਾਵਰਾ ਬਣ ਗਈ ਸੀ। ਇਹ ਨਿਸ਼ਚੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਵੱਡੀ ਪ੍ਰਾਪਤੀ ਸੀ ਤੇ ਇਸ ਦਾ ਉਸ ਨੂੰ ਪੁੱਜ ਕੇ ਲਾਹਾ ਵੀ ਮਿਲ ਰਿਹਾ ਸੀ। ਇਸ ਹਾਲਤ ਦੇ ਸਨਮੁਖ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੀ ਅਗਲੀ ਰਣਨੀਤੀ ਦੀ ਰੂਪਰੇਖਾ ਘੜਨ ਲਈ 17 ਮਾਰਚ ਨੂੰ ਅੰਮ੍ਰਿਤਸਰ ਵਿਖੇ ਅਕਾਲੀ ਕਨਵੈਨਸ਼ਨ ਸੱਦ ਲਈ।
ਸਾਰੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਤ ਲੌਂਗੋਵਾਲ ਨੇ 2 ਤੋਂ 7 ਅਪ੍ਰੈਲ ਤੱਕ ਆਜ਼ਾਦ ਪੰਥ ਸਪਤਾਹ ਮਨਾਉਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ। ਇਸ ਐਲਾਨ ਉੱਤੇ ਫਿਰ ਨਾ ਸਿਰਫ ਹਿੰਦੂ ਫਿਰਕਾ ਪ੍ਰਸਤ ਹਲਕਿਆਂ ਅੰਦਰ ਹੀ ਤਿੱਖਾ ਫਿਰਕੂ ਉਬਾਲ ਉੱਠ ਖੜਾ ਹੋਇਆ, ਸਗੋਂ ਇਸ ਨੇ ਅਕਾਲੀ ਦਲ ਦੀਆਂ ਕੁਝ ਸਹਿਯੋਗੀ ਧਿਰਾਂ ਅੰਦਰ ਵੀ ਭਾਰੀ ਬੇਆਰਾਮੀ ਪੈਦਾ ਕਰ ਦਿੱਤੀ। ਹਰਕਿਸ਼ਨ ਸਿੰਘ ਸੁਰਜੀਤ ਤੋਂ ਲੈ ਕੇ ਚੰਦਰ ਸ਼ੇਖਰ ਤੱਕ ਸਭ ਨੇ ਸੰਤ ਲੌਂਗੋਵਾਲ ਦੇ ਇਸ ਐਲਾਨ ਦੀ ਤਿੱਖੀ ਤੇ ਖੁੱਲੀ ਨੁਕਤਾਚੀਨੀ ਕੀਤੀ। ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜਿੰਨਾ ਚਿਰ ਸੰਤ ਜਰਨੈਲ ਸਿੰਘ ਦੀ ਸਿਆਸੀ ਚੜ੍ਹਤ ਬਣੀ ਹੋਈ ਸੀ, ਉਹਨਾਂ ਚਿਰ ਅਕਾਲੀ ਲੀਡਰਸ਼ਿਪ ਲਈ ਕਿਸੇ ਜਚਣਹਾਰ ਬਹਾਨੇ ਦਾ ਲੜ ਫੜੇ ਬਿਨਾਂ ਧਰਮ ਯੁੱਧ ਮੋਰਚਾ ਠੱਪ ਕਰਨਾ ਨਾਮੁਮਕਿਨ ਦੀ ਹੱਦ ਤੱਕ ਮੁਸ਼ਕਲ ਹੋ ਚੁੱਕਾ ਸੀ। ਪਰ ਮੋਰਚੇ ਨੂੰ ਚੱਲਦਾ ਰੱਖਣ ਲਈ ਅਕਾਲੀ ਲੀਡਰਸ਼ਿਪ ਵੱਲੋਂ ਬੇਸ਼ੱਕ ਮਜਬੂਰੀ ਵਸ ਹੀ ਚੁੱਕਿਆ ਹਰ ਕਦਮ ਅੰਤਮ ਨਿਰਣੇ ਦੇ ਤੌਰ ਤੇ ਸੰਤ ਜਰਨੈਲ ਸਿੰਘ ਦੇ ਪੱਖ ਨੂੰ ਹੋਰ ਵੱਧ ਮਜ਼ਬੂਤ ਕਰਨ ਵਿੱਚ ਸਹਾਈ ਹੋ ਰਿਹਾ ਸੀ। ਰਸਤਾ ਰੋਕੋ, ਕੰਮ ਰੋਕੋ, ਪੰਜਾਬ ਬੰਦ, ਆਜ਼ਾਦ ਪੰਥ ਸਪਤਾਹ ਤੇ ਧਾਰਾ 25(2)(b) ਨੂੰ ਸਾੜਨ ਵਰਗੇ ਸਾਰੇ ਕਾਰਵਾਈ ਪ੍ਰੋਗਰਾਮ ਸੰਤ ਭਿੰਡਰਾਂਵਾਲੇ ਦੀ ਗਰਮ ਖਿਆਲੀ ਵਿਚਾਰਧਾਰਾ ਤੇ ਲਹਿਰ ਨੂੰ ਵਧੇਰੇ ਵਿਸ਼ਾਲ ਜਨਤਕ ਆਧਾਰ ਤੇ ਹਮਾਇਤ ਜੁਟਾਉਣ ਵਿੱਚ ਸਹਾਈ ਹੋ ਨਿਬੜੇ ਤੇ ਹੋ ਰਹੇ ਸਨ। ਇਸ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸੰਵਿਧਾਨ ਦੀ ਧਾਰਾ 25(2)(b) ਨੂੰ ਸਾੜਨ ਤੇ ਆਜ਼ਾਦ ਪੰਥ ਸਪਤਾਹ ਮਨਾਉਣ ਵਰਗੇ ਫੈਸਲਿਆਂ ਉੱਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਬੇਵਜ੍ਹਾ ਹੀ ਨਹੀਂ ਸੀ ਚੀਕ ਉੱਠਿਆ। 20 ਮਾਰਚ 1984 ਨੂੰ ਸੰਤ ਲੌਂਗੋਵਾਲ ਨੂੰ ਲਿਖੀ ਇੱਕ ਚਿੱਠੀ ਵਿੱਚ ਕਾਮਰੇਡ ਸੁਰਜੀਤ ਨੇ ਆਪਣੀ ਰਾਜਨੀਤਿਕ ਔਖ ਤੇ ਝੁੰਝਲਾਹਟ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਈ। ਸੰਵਿਧਾਨ ਦੀ ਧਾਰਾ 25 ਨੂੰ ਸਾੜਨ ਦਾ ਤੁਹਾਡਾ ਇਹ ਫੈਸਲਾ ਅਸਲੀ ਮੁੱਦਿਆਂ ਤੋਂ ਧਿਆਨ ਲਾਂਬੇ ਲਿਜਾਣ ਅਤੇ ਲੋਕਾਂ 'ਚ ਇਹ ਪ੍ਰਭਾਵ ਦੇਣ 'ਚ ਸਫਲ ਹੋ ਨਿਬੜਿਆ ਹੈ ਕਿ ਤੁਹਾਡਾ ਅੰਦੋਲਨ ਸਰਕਾਰ ਦੇ ਵਿਰੁੱਧ ਨਹੀਂ ਸਗੋਂ ਹਿੰਦੂਆਂ ਦੇ ਵਿਰੁੱਧ ਹੈ। ਤੁਹਾਡੀ ਇਸ ਕਾਰਵਾਈ ਨੂੰ ਸਿੱਖ ਕਾਨੂੰਨਦਾਨਾਂ ਤੇ ਸਾਰੇ ਹੀ ਰਾਜਸੀ ਦਲਾਂ ਨੇ ਨਿੰਦਿਆ ਹੈ। ਉਹਨਾਂ ਨੇ ਵੀ ਜੋ ਹੁਣ ਤੱਕ ਤੁਹਾਡੀਆਂ ਵਾਜਬ ਮੰਗਾਂ ਦਾ ਸਮਰਥਨ ਕਰਦੇ ਰਹੇ ਹਨ। ਇਸ ਨਾਲ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਅੰਦਰ ਭੈ ਦਾ ਮਾਹੌਲ ਪੈਦਾ ਹੋ ਗਿਆ ਹੈ। ਧਾਰਾ 25 ਬਾਰੇ ਤੁਹਾਡਾ ਅੰਦੋਲਨ ਤੇ ਪ੍ਰਾਪੇਗੰਡਾ ਸਿਰਫ ਅੱਤਵਾਦੀ ਭਾਵਨਾਵਾਂ ਭੜਕਾਉਣ 'ਚ ਹੀ ਸਹਾਈ ਹੋ ਰਿਹਾ ਹੈ। ਅਕਾਲੀ ਦਲ ਨੇ ਪਰਸਨਲ ਲਾਅ ਬਾਰੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ, ਪਰ ਇਹ ਸਾਫ਼ ਨਹੀਂ ਕੀਤਾ ਕਿ ਇਸ ਤੋਂ ਤੁਹਾਡੀ ਮੁਰਾਦ ਕੀ ਹੈ। ਇਸ ਨਾਲ ਫਿਰ ਸਿੱਖਾਂ ਅੰਦਰ ਵੱਖਵਾਦੀ ਭਾਵਨਾਵਾਂ ਨੂੰ ਹੀ ਹੁਲਾਰਾ ਮਿਲੇਗਾ। ਉਸਨੇ ਅੱਗੇ ਲਿਖਿਆ, ਤੁਹਾਡਾ ਆਜ਼ਾਦ ਪੰਥ ਸਪਤਾਹ ਮਨਾਉਣ ਦਾ ਸੱਦਾ ਬਲਦੀ ਉੱਤੇ ਤੇਲ ਪਾਉਣ ਦਾ ਹੀ ਕੰਮ ਕਰੇਗਾ। ਆਜ਼ਾਦ ਪੰਥ ਦਾ ਸੰਕਲਪ ਸਿੱਖ ਅੱਤਵਾਦੀਆਂ ਜਿਨ੍ਹਾਂ ਤੋਂ ਤੁਸੀਂ ਨਿਖੇੜਾ ਕਰਕੇ ਚੱਲਣ ਦੇ ਯਤਨ ਕਰਦੇ ਰਹੇ ਹੋ ਨੂੰ ਖਾਦ ਖੁਰਾਕ ਮੁਹੱਈਆ ਕਰੇਗਾ। ਆਜ਼ਾਦ ਪੰਥ ਦਾ ਤੁਸੀਂ ਜੋ ਹੁਣ ਨਵਾਂ ਨਾਅਰਾ ਬੁਲੰਦ ਕੀਤਾ ਹੈ, ਇਹ ਖਾਲਿਸਤਾਨ ਨੂੰ ਸਿਧਾਂਤਕ ਆਧਾਰ ਮੁਹੱਈਆ ਕਰਨ ਵਾਲੇ ਨਾਅਰੇ ਤੋਂ ਇਲਾਵਾ ਹੋਰ ਕੁਝ ਨਹੀਂ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਤੁਹਾਡੇ ਅੰਦੋਲਨ ਜੋ ਕਿ ਕੇਂਦਰ ਸਰਕਾਰ ਦੇ ਖਿਲਾਫ ਸੀ ਨੂੰ ਹਿੰਦੂ ਵਿਰੋਧੀ ਲਹਿਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਤੁਹਾਡੇ ਆਜ਼ਾਦ ਪੰਥ ਸਪਤਾਹ ਨਾਲ ਹਾਲਤ ਹੋਰ ਵੱਧ ਵਿਗੜ ਜਾਵੇਗੀ। ਇਸ ਨਾਲ ਫਿਰਕੂ ਇਕਸੁਰਤਾ ਜਿਸ ਦੇ ਤੁਸੀਂ ਤਕੜੇ ਮੁੱਦਈ ਹੋ ਦੀਆਂ ਬੁਨਿਆਦਾਂ ਉੱਤੇ ਸੱਟ ਵੱਜੇਗੀ। ਕਾਮਰੇਡ ਸੁਰਜੀਤ ਵੱਲੋਂ ਆਪਣੀਆਂ ਇਹਨਾਂ ਚਿੱਠੀਆਂ ਵਿੱਚ ਕਈਆਂ ਸਾਰੀਆਂ ਹੀ ਗੱਲਾਂ ਦਲੀਲ ਦੇ ਤੌਰ ਤੇ ਜਿੰਨੀਆਂ ਗਲਤ ਸਨ, ਤੱਥ ਦੇ ਤੌਰ ਤੇ ਉਨੀਆਂ ਹੀ ਸਹੀ ਸਨ। ਉਸ ਦਾ ਇਹ ਪ੍ਰਭਾਵ ਤੇ ਨਿਰਣਾ ਬਿਲਕੁਲ ਦਰੁਸਤ ਸੀ ਕਿ ਧਾਰਾ 25 ਨੂੰ ਸਾੜਨ ਦੀ ਕਾਰਵਾਈ ਤੇ ਆਜ਼ਾਦ ਪੰਥ ਦਾ ਸੰਕਲਪ ਸਿੱਖਾਂ ਅੰਦਰ ਯਕੀਨਨ ਹੀ ਕਥਿਤ ਅੱਤਵਾਦੀ ਵਿਚਾਰਾਂ ਤੇ ਵੱਖਵਾਦੀ ਭਾਵਨਾਵਾਂ ਨੂੰ ਬਲ ਮੁਹੱਈਆ ਕਰ ਰਿਹਾ ਸੀ। ਪਰ ਇਹ ਗੱਲ ਸਮਝਣੀ ਔਖੀ ਹੈ ਕਿ ਸਿੱਖਾਂ ਵੱਲੋਂ ਆਪਣੀ ਅਲੱਗ ਪਛਾਣ ਦੇ ਦਾਅਵੇ ਉੱਤੇ ਜ਼ੋਰ ਦੇਣ ਲਈ ਉਹਨਾਂ ਨੂੰ ਹਿੰਦੂਆਂ ਦੀ ਹੀ ਇੱਕ ਉਪ ਸ਼ਾਖਾ ਵਜੋਂ ਪੇਸ਼ ਕਰਨ ਦਾ ਪ੍ਰਤੱਖ ਪ੍ਰਭਾਵ ਦਿੰਦੀ ਧਾਰਾ 25 ਨੂੰ ਸਾੜਨ ਦੀ ਕਾਰਵਾਈ ਸੁਰਜੀਤ ਦੀਆਂ ਨਜ਼ਰਾਂ 'ਚ ਹਿੰਦੂ ਵਿਰੋਧੀ ਕਿਸ ਹਿਸਾਬ ਨਾਲ ਬਣ ਗਈ। ਸਗੋਂ ਸੱਚੀ ਗੱਲ ਇਹ ਸੀ ਤੇ ਹੈ ਕਿ ਹਿੰਦੂਆਂ ਵੱਲੋਂ ਇਸ ਕਲੇਸ਼ ਹੱਥੀ ਧਾਰਾ ਨੂੰ ਇਸੇ ਰੂਪ ਵਿੱਚ ਕਾਇਮ ਰੱਖਣ ਦੀ ਜਿੱਦ ਕਰਨੀ ਪ੍ਰਤੱਖ ਰੂਪ ਵਿੱਚ ਸਿੱਖ ਦੋਖੀ ਕਾਰਵਾਈ ਹੈ। ਅਤੇ ਜੇਕਰ ਕਾਮਰੇਡ ਸੁਰਜੀਤ ਮੁਤਾਬਕ ਉਹ ਰਾਜਸੀ ਦਲ ਵੀ ਜੋ ਪਹਿਲਾਂ ਅਕਾਲੀ ਦਲ ਦੀਆਂ ਵਾਜਬ ਮੰਗਾਂ ਦੀ ਹਮਾਇਤ ਕਰਦੇ ਰਹੇ ਸਨ, ਧਾਰਾ 25 ਨੂੰ ਸਾੜਨ ਉੱਤੇ ਅਕਾਲੀ ਲੀਡਰਸ਼ਿਪ ਨਾਲ ਖਫਾ ਹੋ ਉੱਠੇ ਸਨ, ਤਾਂ ਇਸ ਵਿੱਚ ਅਕਾਲੀ ਲੀਡਰਸ਼ਿਪ ਦਾ ਉੱਕਾ ਹੀ ਕੋਈ ਦੋਸ਼ ਨਹੀਂ ਸੀ। ਇਹ ਇਹਨਾਂ ਰਾਜਸੀ ਦਲਾਂ ਤੇ ਉਹਨਾਂ ਦੇ ਆਗੂਆਂ ਦੇ ਨਜ਼ਰੀਏ ਅੰਦਰਲਾ ਫਿਰਕੂ ਭੈਂਗ ਅਤੇ ਮਨਾਂ ਅੰਦਰ ਡੂੰਘੇ ਧਸੇ ਫਿਰਕੂ ਤਵੱਸਬ ਹੀ ਸਨ ਜੋ ਉਹਨਾਂ ਨੂੰ ਅਕਾਲੀ ਦਲ ਦੇ ਸਪੂਰਨ ਤੌਰ ਤੇ ਵਾਜਬ ਤੇ ਦਰੁਸਤ ਪੈਂਤੜੇ ਦਾ ਵਿਰੋਧ ਕਰਨ ਲਈ ਉਤੇਜਿਤ ਕਰ ਰਹੇ ਸਨ। ਚੰਦਰ ਸ਼ੇਖਰ ਤੇ ਹੇਮਵਤੀ ਨੰਦਨ ਬਹੁਗੁਣਾ ਵਰਗੇ ਸਿੱਖਾਂ ਦੇ ਹਿਤੈਸ਼ੀ ਸਮਝੇ ਤੇ ਕਹੇ ਜਾਂਦੇ ਆਗੂਆਂ ਵੱਲੋਂ ਧਾਰਾ 25 ਨੂੰ ਸਾੜਨ ਦੇ ਫੈਸਲੇ ਦਾ ਤਿੱਖਾ ਵਿਰੋਧ ਕਰਨ ਤੇ ਉਤਾਰੂ ਹੋ ਜਾਣ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪੰਜਾਬ ਚੋਂ CRP ਅਤੇ BSF
ਵਾਪਸ ਬੁਲਾਉਣ ਦੀ ਮੰਗ ਉੱਤੇ ਚੰਦਰ ਸ਼ੇਖਰ ਵੱਲੋਂ ਬੁਰੀ ਤਰ੍ਹਾਂ ਲੋਹਾ ਲਾਖਾ ਹੋ ਉੱਠਣ ਦੀ ਇਸ ਤੋਂ ਬਿਨਾਂ ਹੋਰ ਕੋਈ ਵਜ੍ਹਾ ਨਹੀਂ ਸੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਧਾਰਾ 25 ਨੂੰ ਸਾੜਨ ਦੇ ਫੈਸਲੇ ਦਾ ਪਤਾ ਲੱਗਦਿਆਂ ਹੀ ਸਰਦਾਰ ਅਰਜਨ ਸਿੰਘ ਸਾਬਕਾ 에ਅਰ ਚੀਫ ਮਾਰਸ਼ਲ, ਸਰਦਾਰ ਜਗਜੀਤ ਸਿੰਘ ਅਰੋੜਾ ਸੇਵਾ ਮੁਕਤ ਲੈਫਟੀਨੈਂਟ ਜਨਰਲ ਅਤੇ ਸਰਦਾਰ ਗੁਰਬਚਨ ਸਿੰਘ ਸਾਬਕਾ ਰਾਜਦੂਤ ਵੱਲੋਂ ਫੌਰਨ ਜਹਾਜ਼ ਫੜ ਕੇ ਅੰਮ੍ਰਿਤਸਰ ਪਹੁੰਚ ਜਾਣ ਅਤੇ ਸੰਤ ਲੌਂਗੋਵਾਲ ਨੂੰ ਇਹ ਗਲਤ ਕਦਮ ਚੁੱਕਣ ਤੋਂ ਗੁਰੇਜ਼ ਕਰਨ ਦੀਆਂ ਸਲਾਹਾਂ ਦੇਣ ਦਾ ਕਾਰਨ ਵੀ ਇਹ ਨਹੀਂ ਸੀ ਕਿ ਅਕਾਲੀ ਆਗੂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਬਲਦੀ ਦੇ ਬੁੱਥੇ ਦੇਣ ਦੀ ਹਿਮਾਕਤ ਕਰ ਰਹੇ ਸਨ। ਅਸਲ ਗੱਲ ਇਹ ਸੀ ਕਿ ਦਿੱਲੀ ਦਾ ਪਤਵੰਤਾ ਸਿੱਖ ਵਰਗ ਅਕਾਲੀ ਆਗੂਆਂ ਦੀਆਂ ਨੀਤੀਆਂ ਤੇ ਪੈਂਤੜਿਆਂ ਨੂੰ ਸਮੁੱਚੀ ਸਿੱਖ ਕੌਮ ਦੇ ਬੁਨਿਆਦੀ ਹਿੱਤਾਂ ਦੇ ਨਜ਼ਰੀਏ ਤੋਂ ਦੇਖਣ ਅਤੇ ਅੰਗਣ ਦੀ ਉਸਾਰੂ ਪਹੁੰਚ ਅਪਣਾਉਣ ਦੀ ਥਾਵੇਂ ਮਸਲੇ ਨੂੰ ਵੱਧ ਆਪਣੀ ਹੀ ਵਿਸ਼ੇਸ਼ ਸਥਿਤੀ, ਜੋ ਯਕੀਨਨ ਹੀ ਵਿਖਮ ਅਤੇ ਕਠੋਰ ਸੀ, ਦੇ ਨੁਕਤਾ ਨਜ਼ਰ ਤੋਂ ਦੇਖਣ ਤੇ ਨਜਿੱਠਣ ਦੀ ਸਿਧਾਂਤਕ ਕੁਤਾਹੀ ਕਰ ਰਿਹਾ ਸੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀਆਂ ਉਪਰੋਕਤ ਮੱਤਾਂ ਤੇ ਸਲਾਹਾਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤਾਂ ਬਹੁਤਾ ਨਹੀਂ ਗੌਲਿਆ। ਉਹ ਆਪਣੇ ਧਾਰਾ 25 ਨੂੰ ਸਾੜਨ ਤੇ ਆਜ਼ਾਦ ਪੰਥ ਸਪਤਾਹ ਮਨਾਉਣ ਦੇ ਫੈਸਲੇ ਤੇ ਅੜੇ ਰਹੇ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਤੇ ਕਾਮਰੇਡ ਸੁਰਜੀਤ ਦੀਆਂ ਸਿੱਖਿਆਵਾਂ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਸੀ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਮਨੋਂ ਸੰਤ ਲੌਂਗੋਵਾਲ ਦੇ ਧਾਰਾ 25 ਨੂੰ ਸਾੜਨ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ, ਪਰ ਫਿਰ ਵੀ ਮੋਰਚੇ ਦੇ ਆਗੂ ਦੇ ਆਦੇਸ਼ਾਂ ਉੱਤੇ ਅਮਲ ਕਰਦਿਆਂ ਹੋਇਆਂ ਉਸਨੇ ਅਣਮੰਨੇ ਚਿੱਤ ਨਾਲ 27 ਮਾਰਚ ਨੂੰ ਦਿੱਲੀ ਬੰਗਲਾ ਸਾਹਿਬ ਗੁਰਦੁਆਰੇ ਦੇ ਬਾਹਰ ਸੰਵਿਧਾਨ ਦੀ ਧਾਰਾ 25 ਨੂੰ ਸਾੜਨ ਦੀ ਸੰਕੇਤਕ ਕਾਰਵਾਈ ਕਰਨ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਗ੍ਰਿਫਤਾਰੀ ਦੇਣ ਤੋਂ ਪਹਿਲਾਂ ਉਸਨੇ ਦੇਸ਼ ਦੀਆਂ ਸਭਨਾਂ ਰਾਜਸੀ ਪਾਰਟੀਆਂ ਲਈ ਇੱਕ ਚਿੱਠੀ ਜਾਰੀ ਕੀਤੀ, ਜਿਸ ਵਿੱਚ ਅਕਾਲੀ ਦਲ ਦੀਆਂ 10 ਪ੍ਰਮੁੱਖ ਮੰਗਾਂ, 6 ਰਾਜਸੀ ਤੇ 4 ਧਾਰਮਿਕ ਕਲਮਬੰਦ ਕੀਤੀਆਂ ਗਈਆਂ। ਕਾਮਰੇਡ ਸੁਰਜੀਤ ਨੇ ਲੌਂਗੋਵਾਲ ਨੂੰ 30 ਮਾਰਚ ਵਾਲੀ ਚਿੱਠੀ ਵਿੱਚ ਅਕਾਲੀ ਮੰਗਾਂ ਦੀ ਸਰਦਾਰ ਬਾਦਲ ਦੁਆਰਾ ਕੀਤੀ ਗਈ ਪੇਸ਼ਕਾਰੀ ਬਾਰੇ ਆਪਣੇ ਭਾਵ ਪ੍ਰਗਟਾਉਂਦਿਆਂ ਹੋਇਆਂ ਲਿਖਿਆ ਕਿ ਸਰਦਾਰ ਬਾਦਲ ਦੀ ਇਹ ਚਿੱਠੀ ਦੇਖ ਕੇ ਮੇਰਾ ਮਨ ਪ੍ਰਸੰਨ ਹੋ ਗਿਆ ਹੈ, ਕਿਉਂਕਿ ਇਹਨਾਂ ਮੰਗਾਂ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦਾ ਜਾਂ ਸਿੱਖਾਂ ਦੇ ਬੋਲਬਾਲੇ ਦਾ ਕੋਈ ਜ਼ਿਕਰ ਨਹੀਂ ਸੀ। ਸੁਰਜੀਤ ਦੇ ਵਿਚਾਰ ਮੁਤਾਬਕ ਇਸ ਨੂੰ ਰਾਜ ਅੰਦਰ ਫਿਰਕੂ ਅਮਨ ਨੂੰ ਤਬਾਹ ਕਰਨ ਤੇ ਤੁਲੇ ਹੋਏ ਅੱਤਵਾਦੀਆਂ ਦੇ ਖਿਲਾਫ ਇੱਕ ਕਰਾਰਾ ਤਹਫ਼ਾ ਸਮਝਿਆ ਜਾਣਾ ਚਾਹੀਦਾ ਸੀ। ਆਪਣੀ ਸਾਰੀ ਲਿਆਕਤ ਤੇ ਚਤੁਰਾਈ ਦੇ ਬਾਵਜੂਦ ਕਾਮਰੇਡ ਸੁਰਜੀਤ ਇਹ ਗੱਲ ਸਮਝਣ ਜਾਂ ਮੰਨਣ ਲਈ ਤਿਆਰ ਨਹੀਂ ਸੀ ਕਿ ਸਿਧਾਂਤਕ ਪੱਖੋਂ ਉਲਝੇ, ਰਾਜਸੀ ਪੱਖੋਂ ਔਟਲੇ ਤੇ ਨੈਤਿਕ ਪੱਖੋਂ ਖੁੰਗਲ ਹੋਏ ਬੈਠੇ ਅਕਾਲੀ ਆਗੂਆਂ ਅੰਦਰ ਅੱਤਵਾਦੀਆਂ ਨੂੰ ਕਰਾਰਾ ਤਹਫ਼ਾ ਮਾਰਨ ਜੋਗਰਾ ਤੰਤ ਕਿੱਥੇ ਰਹਿ ਗਿਆ ਸੀ। ਉਹ ਵਿਚਾਰੇ ਤਾਂ ਉਹਨਾਂ ਦੇ ਗਲਾਂ ਨੂੰ ਚੰਬੜੇ ਮੋਰਚੇ ਦੇ ਗਿੱਲੇ ਕੰਬਲ ਤੋਂ ਜਿਵੇਂ ਕਿਵੇਂ ਖਹਿੜਾ ਛਡਾਉਣ ਲਈ ਤਰਲੋ ਮੱਛੀ ਹੋ ਰਹੇ ਸਨ। ਹੋਣੀ ਦੀ ਦਸਤਕ। ਖੈਰ ਉਸ ਵੇਲੇ ਤੱਕ ਹਾਲਤਾਂ ਵੱਲੋਂ ਇੱਕ ਵੱਡੇ ਤੇ ਫੈਸਲਾ ਕੁੰਨ ਟਕਰਾਅ ਵੱਲ ਵਧਣ ਦੀ ਅਮੋੜ ਦਿਸ਼ਾ ਅਖਤਿਆਰ ਕਰ ਜਾਣ ਦੇ ਉਗੜਵੇਂ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਦੋ ਗੱਲਾਂ ਬਾਰੇ ਉੱਕਾ ਹੀ ਕੋਈ ਭੁਲੇਖਾ ਨਹੀਂ ਸੀ ਰਹਿ ਗਿਆ। ਇੱਕ ਇਹ ਕਿ ਇੰਦਰਾ ਗਾਂਧੀ ਦੀ ਸਮੱਸਿਆ ਦਾ ਰਾਜਨੀਤਿਕ ਜਾਂ ਸ਼ਾਂਤੀਪੂਰਵਕ ਹੱਲ ਤਲਾਸ਼ਣ ਵਿੱਚ ਉੱਕਾ ਹੀ ਕੋਈ ਰੁਚੀ ਨਹੀਂ ਸੀ। ਅਕਾਲੀ ਆਗੂਆਂ ਨਾਲ ਵਾਰਤਾਲਾਪ ਦਾ ਟੰਕੋਜ਼ ਤੇ ਪੰਜਾਬ ਮਸਲੇ ਦਾ ਰਾਜਸੀ ਹੱਲ ਢੂੰਡਣ ਦੀਆਂ ਗੱਲਾਂ ਦੇਸ਼ ਦੀ ਜਨਤਾ ਨੂੰ ਜਾਂ ਜਨਤਾ ਨਾਲੋਂ ਵੱਧ ਦੇਸ਼ ਦੇ ਰਾਜਸੀ ਕੁਨਬੇ ਨੂੰ ਮੂਰਖ ਬਣਾਉਣ ਦੀ ਧੋਖੇ ਭਰੀ ਰਾਜਸੀ ਚਾਲ ਤੋਂ ਵੱਧ ਹੋਰ ਕੁਝ ਨਹੀਂ ਸੀ। ਦੂਜਾ, ਜੋ ਲੋਕ ਸੰਤ ਜਰਨੈਲ ਸਿੰਘ ਦੇ ਕਿਰਦਾਰ ਨੂੰ ਤਵੱਸਬਾ ਤੋਂ ਮੁਕਤ ਹੋ ਕੇ ਪੜ੍ਹਨ ਤੇ ਸਮਝਣ ਦੀ ਰੁਚੀ ਰੱਖਦੇ ਸਨ, ਉਹਨਾਂ ਲਈ ਇਸ ਨਿਰਣੇ ਤੇ ਅਪੜਨ ਵਿੱਚ ਰਤਾ ਵੀ ਮੁਸ਼ਕਿਲ ਨਹੀਂ ਸੀ ਰਹਿ ਗਈ ਕਿ ਸੰਤ ਭਿੰਡਰਾਂਵਾਲਾ ਯਕੀਨਨ ਹੀ ਇੱਕ ਵਿਸ਼ੇਸ਼ ਧਾਤ ਦਾ ਬਣਿਆ ਹੋਇਆ ਵਿਅਕਤੀ ਸੀ, ਜਿਸ ਵੱਲੋਂ ਕਿਸੇ ਡਰ ਜਾਂ ਯਰਕਾਵੇ ਅਤੇ ਲਾਲਚ ਜਾਂ ਬਹਿਕਾਵੇ 'ਚ ਆ ਕੇ ਐਲਾਨੇ ਨਿਸ਼ਾਨੇ ਤੋਂ ਪਿੱਛੇ ਹਟ ਜਾਣ ਦੀ ਉੱਕਾ ਹੀ ਕੋਈ ਸੰਭਾਵਨਾ ਨਹੀਂ ਸੀ। ਇਸ ਤਰ੍ਹਾਂ ਇੰਦਰਾ ਗਾਂਧੀ ਤੇ ਜਰਨੈਲ ਸਿੰਘ ਬੁਰਾਈ ਤੇ ਸੱਚਾਈ ਦੇ ਪ੍ਰਤੀਕਾਂ ਵਜੋਂ ਇੱਕ ਦੂਜੇ ਵਿਰੁੱਧ ਤਣ ਕੇ ਖਲੋ ਗਏ ਸਨ ਅਤੇ ਦੋਨਾਂ 'ਚੋਂ ਕਿਸੇ ਵੱਲੋਂ ਵੀ ਆਪਣੀ ਫਿਤਰਤ ਤੇ ਪੈਂਤੜੇ ਦਾ ਤਿਆਗ ਕਰ ਦੇਣ ਦੀਆਂ ਗੁੰਜਾਇਸ਼ਾਂ ਖਤਮ ਹੋਣ ਦੇ ਕਿਨਾਰੇ ਪਹੁੰਚ ਗਈਆਂ ਸਨ। ਜਦ ਹਾਲਤ ਇਹ ਬਣ ਜਾਵੇ ਤਾਂ ਇਤਿਹਾਸ ਅੰਦਰ ਇਹਨਾਂ ਉਲਟ ਪੱਖੀ ਤਾਕਤਾਂ ਦੀ ਫੈਸਲਾਕੁੰਨ ਟੱਕਰ ਅਟੱਲ ਬਣ ਕੇ ਰਹਿ ਜਾਂਦੀ ਹੈ। ਮਨੁੱਖੀ ਇਤਿਹਾਸ ਅੰਦਰ ਤਵਾਰੀਖ ਦੀ ਰਚਨਾ ਇਸ ਤਰ੍ਹਾਂ ਹੀ ਹੁੰਦੀ ਆਈ ਹੈ। 1984 ਦੀ ਗਰਮੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਇਸ ਹੋਣੀ ਦੇ ਬਹੁਤ ਹੀ ਕਰੀਬ ਆ ਬਹੁੜਨ ਦੇ ਆਸਾਰ ਸਾਫ਼ ਦਿਖਾਈ ਦੇਣ ਲੱਗ ਪਏ ਸਨ। 19 ਮਾਰਚ 1984 ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉੱਤੇ ਕਾਨੂੰਨੀ ਪਾਬੰਦੀ ਲਾ ਦੇਣ ਦਾ ਸਰਕਾਰੀ ਫਰਮਾਨ ਜਾਰੀ ਕਰ ਦਿੱਤਾ ਗਿਆ।
5 ਅਪ੍ਰੈਲ ਨੂੰ ਇੱਕ ਵਿਸ਼ੇਸ਼ ਫੁਰਮਾਨ ਰਾਹੀਂ ਸਾਰੇ ਪੰਜਾਬ ਨੂੰ ਗੜਬੜ ਵਾਲਾ ਖੇਤਰ ਕਰਾਰ ਦੇ ਦਿੱਤਾ ਗਿਆ ਅਤੇ ਕੌਮੀ ਸੁਰੱਖਿਆ ਕਾਨੂੰਨ NSA ਵਿੱਚ ਵਿਸ਼ੇਸ਼ ਤਰਮੀਮ ਕਰਕੇ ਇਸ ਦੇ ਦੰਦ ਹੋਰ ਤਿੱਖੇ ਕਰ ਦਿੱਤੇ ਗਏ। ਪੰਜਾਬ ਅੰਦਰ BSF ਤੇ CRP ਦੀਆਂ ਹੋਰ ਧਾੜਾਂ ਪਹੁੰਚ ਗਈਆਂ ਸਨ। ਅਪ੍ਰੈਲ ਦਾ ਮਹੀਨਾ ਚੜ੍ਹਦਿਆਂ ਹੀ ਕੇਂਦਰੀ ਨੀਮ ਫੌਜੀ ਦਲਾਂ ਨੇ ਪੰਜਾਬ ਪੁਲਿਸ ਨੂੰ ਲਾਂਭੇ ਕਰਕੇ ਦਰਬਾਰ ਸਾਹਿਬ ਦੁਆਲੇ ਘੇਰਾ ਕੱਸਣਾ ਸ਼ੁਰੂ ਕਰ ਦਿੱਤਾ ਸੀ ਅਤੇ ਧਰਮ ਯੁੱਧ ਮੋਰਚੇ ਦੇ 2 ਸਾਲਾਂ ਦੇ ਇਤਿਹਾਸ ਅੰਦਰ ਪਹਿਲੀ ਵਾਰ ਕਾਰ ਸੇਵਾ ਵਾਲੇ ਤੇ ਦਰਬਾਰ ਸਾਹਿਬ ਅੰਦਰ ਲੰਗਰ ਦੀ ਰਸਦ ਪਹੁੰਚਾਉਣ ਵਾਲੇ ਟਰੱਕਾਂ ਦੀ ਜਬਰੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ। ਅਪ੍ਰੈਲ ਦੇ ਆਖਰੀ ਹਫ਼ਤੇ ਕੇਂਦਰੀ ਨੀਮ ਫੌਜੀ ਦਲਾਂ ਨੇ ਛੁਪੇ ਹੋਏ ਖਾੜਕੂਆਂ ਨੂੰ ਫੜਨ ਦੇ ਬਹਾਨੇ ਮੋਗਾ ਸ਼ਹਿਰ ਦੇ ਅੰਦਰ 3 ਗੁਰਦੁਆਰਿਆਂ ਨੂੰ ਕਸਵਾਂ ਘੇਰਾ ਪਾ ਕੇ ਆਮ ਸ਼ਰਧਾਲੂਆਂ ਤੋਂ ਲੈ ਕੇ ਪਾਠੀਆਂ ਤੱਕ ਹਰ ਕਿਸੇ ਦਾ ਆਉਣ ਜਾਣ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਸੀ। ਹਫ਼ਤੇ ਭਰ ਤੋਂ ਵੀ ਵੱਧ ਚੱਲੀ ਇਸ ਘੇਰਾਬੰਦੀ ਦੌਰਾਨ ਰੋਚ ਆਏ ਸਿੱਖ ਸ਼ਰਧਾਲੂਆਂ ਉੱਤੇ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਦੀਆਂ ਬੁਛਾੜਾਂ ਕਰਕੇ ਅੱਧੀ ਦਰਜਨ ਦੇ ਕਰੀਬ ਸਿੱਖਾਂ ਨੂੰ ਕਤਲ ਕਰ ਦਿੱਤਾ ਸੀ। ਘਟਨਾਵਾਂ ਦੇ ਇਸ ਵਹਿਣ ਤੋਂ ਆਉਣ ਵਾਲੇ ਸਮੇਂ ਦੇ ਲੱਛਣ ਸਾਫ਼ ਪੜ੍ਹੇ ਜਾ ਸਕਦੇ ਸਨ ਅਤੇ ਛੇਤੀ ਹੀ ਵਾਪਰਨ ਜਾ ਰਹੇ ਕਿਸੇ ਵੱਡੇ ਭਾਣੇ ਦੀ ਪੈੜ ਚਾਲ ਸਾਫ਼ ਸੁਣੀ ਜਾ ਸਕਦੀ ਸੀ। ਉਧਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਕ ਸਿੱਖ ਜੁਝਾਰੂਆਂ ਨੇ ਵੀ ਬਰਾਬਰ ਆਪਣੇ ਮੋੜਵੇਂ ਮੋਰਚੇ ਖੋਲ੍ਹ ਦਿੱਤੇ ਹੋਏ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਉੱਤੇ ਪਾਬੰਦੀ ਲਾਉਣ ਦੀ ਕਾਰਵਾਈ ਦੇ ਜਵਾਬ ਵਿੱਚ ਫੈਡਰੇਸ਼ਨ ਦੇ ਕਾਰਕੁਨਾਂ ਨੇ 15-16 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਇੱਕੋ ਹੱਲੇ ਵਿੱਚ ਪੰਜਾਬ ਅੰਦਰ 3 ਦਰਜਨ ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ ਸੀ। ਮਾਰਚ ਮਹੀਨੇ ਤੋਂ ਹੀ ਜਦ ਤੋਂ ਸੰਤ ਜਰਨੈਲ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਅੰਦੇਸ਼ਾ ਹੋਣ ਲੱਗਾ ਸੀ, ਸਿੱਖ ਜੁਝਾਰੂਆਂ ਨੇ ਭਾਰਤੀ ਫੌਜ ਦੇ ਸਾਬਕਾ ਮੇਜਰ ਜਨਰਲ ਸੁਬੇਗ ਸਿੰਘ ਦੀ ਪ੍ਰਤਿਭਾਸ਼ੀਲ ਅਗਵਾਈ ਤੇ ਦੇਖ-ਰੇਖ ਹੇਠ ਦਰਬਾਰ ਸਾਹਿਬ ਦੇ ਸਮੁੱਚੇ ਖੇਤਰ ਦੀ ਤੇਜ਼ੀ ਨਾਲ ਮੋਰਚਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ। 17 ਅਪ੍ਰੈਲ ਨੂੰ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਅਤੇ ਸੰਤ ਭਿੰਡਰਾਂਵਾਲੇ ਦੇ ਹਮਾਇਤੀਆਂ ਵੱਲੋਂ ਇਸ ਦੇ ਜਵਾਬ ਵਿੱਚ ਕੀਤੀ ਮੋੜਵੀਂ ਕਾਰਵਾਈ ਨਾਲ ਦਰਬਾਰ ਸਾਹਿਬ ਸਮੂਹ ਅੰਦਰ ਹਾਲਤ ਬੇਹੱਦ ਤਣਾਅ ਵਾਲੀ ਬਣ ਗਈ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਹਮਾਇਤੀ ਧੜੇ ਦੀਆਂ ਸੰਤ ਭਿੰਡਰਾਂਵਾਲੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਪੁੱਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। 28 ਅਪ੍ਰੈਲ ਨੂੰ ਸੰਤ ਲੌਂਗੋਵਾਲ ਦੇ ਕੈਂਪ 'ਚੋਂ ਵੱਡੀ ਗਿਣਤੀ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਕਾਰਕੁਨਾਂ ਨੇ ਖੁੱਲ੍ਹੇ ਰੂਪ ਵਿੱਚ ਆਪਣੀਆਂ ਸੇਵਾਵਾਂ ਸੰਤ ਭਿੰਡਰਾਂਵਾਲੇ ਨੂੰ ਅਰਪਿਤ ਕਰ ਦਿੱਤੀਆਂ ਸਨ। 12 ਮਈ ਨੂੰ ਜਲੰਧਰ ਵਿਖੇ ਸਿੱਖ ਜੁਝਾਰੂਆਂ ਨੇ ਮਰਹੂਮ ਲਾਲਾ ਜਗਤ ਨਾਰਾਇਣ ਦੇ ਸਭ ਤੋਂ ਵੱਡੇ ਪੁੱਤਰ ਅਤੇ ਵਾਰਸ ਸ਼੍ਰੀ ਰਮੇਸ਼ ਚੰਦਰ ਨੂੰ ਚਿੱਟੇ ਦਿਨ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਦੇ ਪ੍ਰਤੀਕਰਮ ਵਿੱਚ ਹਿੰਦੂ ਹਜੂਮਾਂ ਨੇ ਸ਼ਹਿਰ ਅੰਦਰ ਸਿੱਖ ਵਰਗ ਨੂੰ ਆਪਣਾ ਚੁਣਵਾਂ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਪੱਧਰ ਤੇ ਭੰਨ ਤੋੜ ਤੇ ਸਾੜ ਫੂਕ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ। ਮਈ ਵਿੱਚ ਹੀ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਮਹਿਕਮੇ ਦੇ ਵੱਡੇ ਵਜ਼ੀਰ HKL ਭਗਤ ਨੇ ਦੇਸ਼ ਭਰ ਦੇ ਸੰਪਾਦਕਾਂ ਨੂੰ ਵਾਰੋ-ਵਾਰੀ ਦਿੱਲੀ ਸੱਦ ਕੇ ਉਹਨਾਂ ਨੂੰ ਆਉਣ ਵਾਲੇ ਸਮੇਂ ਬਾਰੇ ਤੇ ਇਸ ਵਿੱਚ ਉਹਨਾਂ ਦੇ ਰੋਲ ਬਾਰੇ ਸਮਝਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੋਇਆ ਸੀ। ਜਦ 26 ਮਈ ਨੂੰ ਦਿੱਲੀ IB ਖੂਫੀਆ ਮਹਿਕਮਾ ਦੇ ਗੈਸਟ ਹਾਊਸ ਅੰਦਰ ਅਕਾਲੀ ਆਗੂਆਂ ਦੀ ਤਿਕੜੀ ਜਥੇਦਾਰ ਗੁਰਚਰਨ ਸਿੰਘ ਟੌੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਇੰਦਰਾ ਗਾਂਧੀ ਦੁਆਰਾ ਨਾਮਜ਼ਦ ਕੀਤੇ ਗਏ ਕੇਂਦਰ ਸਰਕਾਰ ਦੇ ਸੀਨੀਅਰ ਵਜ਼ੀਰਾਂ ਦੀ ਤਿਕੜੀ PV ਨਰਸਿਮਹਾ ਰਾਓ, ਸ਼ਿਵ ਸ਼ੰਕਰ ਤੇ ਪ੍ਰਣਬ ਮੁਖਰਜੀ ਨਾਲ ਆਪਣੀ ਵੱਲੋਂ ਵਧਵੀਂ ਹੱਦ ਤੱਕ ਲਿਖ ਕੇ ਕੀਤੇ ਗਏ ਸਮਝੌਤੇ ਦੀਆਂ ਮਦਾਂ ਨੂੰ ਆਖਰੀ ਛੋਹਾਂ ਦੇ ਰਹੀ ਸੀ ਤਾਂ ਐਨ ਉਸ ਵੇਲੇ ਇੰਦਰਾ ਗਾਂਧੀ ਆਪਣੇ ਦਫ਼ਤਰ ਵਿੱਚ ਆਪਣੇ ਅਤੀ ਨਜ਼ਦੀਕੀ ਤੇ ਵਿਸ਼ਵਾਸ ਪਾਤਰ ਸਲਾਹਕਾਰਾਂ ਨਾਲ ਦਰਬਾਰ ਸਾਹਿਬ ਉੱਤੇ ਫੌਜੀ ਧਾਵਾ ਬੋਲਣ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਵਿੱਚ ਲੱਗੀ ਹੋਈ ਸੀ। ਅਕਾਲੀ ਆਗੂਆਂ ਦੀ ਤਾਂ ਗੱਲ ਛੱਡੋ, ਖੁਦ ਉਸ ਵੱਲੋਂ ਨਾਮਜ਼ਦ ਕੀਤੇ ਉਸਦੇ ਸੀਨੀਅਰ ਵਜ਼ੀਰਾਂ ਨੂੰ ਵੀ ਉਸਦੇ ਮਨ ਅੰਦਰ ਛੁਪੇ ਪਾਪ ਦਾ ਪੂਰਾ ਭੇਤ ਨਹੀਂ ਸੀ। ਇਸ ਕਰਕੇ ਉਹ ਭੋਲੇ ਭਾਅ ਹੀ ਅਕਾਲੀ ਆਗੂਆਂ ਕੋਲੋਂ ਥੋੜੇ ਚਿਰ ਲਈ ਛੁੱਟੀ ਲੈ ਕੇ ਸਮਝੌਤੇ ਦੀਆਂ ਤੈਅ ਹੋਈਆਂ ਮਦਾਂ ਬਾਰੇ ਇੰਦਰਾ ਗਾਂਧੀ ਦੀ ਆਖਰੀ ਪ੍ਰਵਾਨਗੀ ਲੈਣ ਚਲੇ ਗਏ ਸਨ। ਉਹਨਾਂ ਨੂੰ ਉਮੀਦ ਨਾਲੋਂ ਕਿਤੇ ਘੱਟ ਸਮੇਂ ਦੇ ਅੰਦਰ ਹੀ ਵਾਪਸ ਮੁੜ ਆਏ ਦੇਖ ਕੇ ਇੱਕ ਵਾਰ ਤਾਂ ਅਕਾਲੀ ਆਗੂਆਂ ਦੀਆਂ ਅੱਖਾਂ ਅੰਦਰ ਸੁਖਾਵੀਂ ਆਸ ਦੀ ਚਮਕ ਪੈਦਾ ਹੋ ਉੱਠੀ ਸੀ, ਪਰ ਵਜ਼ੀਰ ਤਿਕੜੀ ਦੇ ਢਲਕੇ ਚਿਹਰੇ ਤੇ ਡੋਰ ਭੌਰ ਅੱਖਾਂ ਕੁਝ ਹੋਰ ਹੀ ਕਹਾਣੀ ਕਹਿ ਰਹੀਆਂ ਸਨ। ਜਦ ਵਜ਼ੀਰ ਤਿਕੜੀ ਦੇ ਇੱਕ ਮੈਂਬਰ ਨੇ ਮੁਰਦਾ ਆਵਾਜ਼ ਵਿੱਚ ਇਹ ਲਫ਼ਜ਼ ਕਹੇ ਕਿ ਮਾਫ਼ ਕਰਨਾ ਮੈਡਮ ਮੰਨੀ ਨਹੀਂ ਤਾਂ ਅਕਾਲੀ ਆਗੂਆਂ ਦੀ ਖਾਨਿਓ ਜਾਂਦੀ ਰਹੀ। ਉਹਨਾਂ ਦੇ ਹੱਥੋਂ ਉਮੀਦ ਦਾ ਆਖਰੀ ਤਣਕਾ ਵੀ ਛੁੱਟ ਗਿਆ ਸੀ ਅਤੇ ਉਹਨਾਂ ਘਰ ਦੇ ਬੁੱਧੂ ਲੋਟ ਕੇ ਆਏ ਦੀ ਲੋਕ ਕਹਾਵਤ ਨੂੰ ਸੱਚਾ ਕਰਦੇ ਹੋਏ ਹੱਥ ਝਾੜ ਕੇ ਵਾਪਸ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।
दरबार साहिब पहुंच के जथेदार टोड़ा ने जो हालत तक्की उस चों उसनूं इस निर्णय ते पहुंचण च दिक्कत नहीं आई कि दरबार साहिब अंदर फौजी कार्रवाई नूं रोक सकना हुण अकाली लीडरशिप दे ਜਾਂ ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਤੋਂ ਬਿਨਾ ਹੋਰ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਸੀ ਰਹਿ ਗਈ, ਕਿਉਂਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਪੱਕੀ ਠਾਣ ਰੱਖੀ ਹੋਈ ਸੀ ਤੇ ਸੰਤ ਜਰਨੈਲ ਸਿੰਘ ਨੇ ਇਸ ਦਾ ਸਿੱਖ ਰਵਾਇਤਾਂ ਮੁਤਾਬਕ ਡਟ ਕੇ ਟਾਕਰਾ ਕਰਨ ਦਾ ਪੱਕਾ ਨਿਸ਼ਚਾ ਕਰ ਰੱਖਿਆ ਹੋਇਆ ਸੀ। ਦੋਨਾਂ ਪਾਸਿਆਂ ਤੋਂ ਇਸ ਦਿਸ਼ਾ 'ਚ ਜ਼ੋਰਦਾਰ ਤਿਆਰੀਆਂ ਦੇ ਲੱਛਣ ਸਾਫ਼ ਨਜ਼ਰ ਆ ਰਹੇ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਉਸਦੇ ਹਮਖਿਆਲ ਅਕਾਲੀ ਆਗੂਆਂ ਨੇ ਤਾਂ ਇਸ ਹੋਣੀ ਨੂੰ ਲਗਭਗ ਕਬੂਲ ਹੀ ਕਰ ਲਿਆ ਸੀ ਅਤੇ ਆਪਣੇ ਮਨਾਂ ਅੰਦਰ ਹਮਲੇ ਤੋਂ ਬਾਅਦ ਦੀ ਹਾਲਤ ਬਾਰੇ ਰਾਜਸੀ ਤਰਕੀਬਾਂ ਦੇ ਧਾਗੇ ਬੁਣਨੇ ਸ਼ੁਰੂ ਕਰ ਦਿੱਤੇ ਹੋਏ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਛੱਡ ਕੇ ਇਸ ਧੜੇ ਦੇ ਪਹਿਲੀ ਕਤਾਰ ਦੇ ਬਾਕੀ ਸਾਰੇ ਆਗੂ ਸਰਦਾਰ ਬਾਦਲ, ਬਰਨਾਲਾ ਵਗੈਰਾ ਵਗੈਰਾ ਆਪਣੇ ਘਰੀ ਜਾਂ ਬਿਰਾਜੇ ਸਨ। ਪਰ ਜਥੇਦਾਰ ਟੋੜਾ ਦਾ ਮਨ ਨਹੀਂ ਸੀ ਟਿਕ ਰਿਹਾ। ਉਸ ਨੂੰ ਇਸ ਮੰਦ ਹੋਣੀ ਨੂੰ ਕਿਸੇ ਨਾ ਕਿਸੇ ਰੂਪ 'ਚ ਟਾਲ ਸਕਣ ਦਾ ਆਖਰੀ ਤੋਂ ਅੱਗੇ ਇੱਕ ਹੋਰ ਆਖਰੀ ਯਤਨ ਅਜ਼ਮਾ ਦੇਖਣ ਦੀ ਅਚ ਵੀ ਲੱਗੀ ਪਈ ਸੀ। ਇਸੇ ਸਿਲਸਿਲੇ ਵਿੱਚ ਉਸਨੇ 30 ਮਈ ਨੂੰ ਗਵਰਨਰ BD ਪਾਂਡੇ ਦਾ ਜਾ ਕੁੰਡਾ ਖੜਕਾਇਆ। ਗਵਰਨਰ ਨੂੰ ਵੀ ਸ਼ਾਇਦ ਇੰਦਰਾ ਗਾਂਧੀ ਦੇ ਨਾਪਾਕ ਇਰਾਦਿਆਂ ਦਾ ਪੂਰਾ ਗਿਆਨ ਨਹੀਂ ਸੀ ਅਤੇ ਉਹ ਅਜੇ ਵੀ ਸਮੱਸਿਆ ਦੇ ਰਾਜਸੀ ਹੱਲ ਦੀਆਂ ਉਮੀਦਾਂ ਰੱਖ ਕੇ ਚੱਲ ਰਿਹਾ ਸੀ। ਇਸ ਤਰ੍ਹਾਂ ਗਵਰਨਰ ਪਾਂਡੇ ਤੇ ਜਥੇਦਾਰ ਟੋੜਾ 30 ਮਈ ਦੀ ਸ਼ਾਮ ਤੱਕ ਹਾਲਤ ਨੂੰ ਮੋੜਾ ਪਾ ਕੇ ਸੁਖਾਵੀਂ ਦਿਸ਼ਾ ਵੱਲ ਤੋਰਨ ਦੇ ਢੰਗ ਤਰੀਕਿਆਂ ਬਾਰੇ ਗਹਿਰ ਗੰਭੀਰ ਵਿਚਾਰਾਂ ਕਰ ਰਹੇ ਸਨ। ਹਾਲਾਂਕਿ ਹਾਲਤ ਜਿਸ ਨਾਜ਼ੁਕ ਪੜਾਅ ਤੇ ਪਹੁੰਚ ਚੁੱਕੀ ਸੀ, ਉੱਥੇ ਦੋਨਾਂ ਦੇ ਹੀ ਨਾ ਤਾਂ ਕੁਝ ਹੱਥ ਵੱਸ ਸੀ ਤੇ ਨਾ ਹੀ ਕੁਝ ਹੱਥ ਪੱਲੇ ਸੀ। ਅਗਲੇ ਦਿਨ ਸਵੇਰੇ ਹੀ ਜਥੇਦਾਰ ਟੋੜਾ ਸਿੱਧੇ ਸੰਤ ਜਰਨੈਲ ਸਿੰਘ ਕੋਲ ਪਹੁੰਚ ਗਏ ਅਤੇ ਹਾਲਤ ਨੂੰ ਸੁਖਾਵਾਂ ਮੋੜ ਦੇਣ ਲਈ ਗਵਰਨਰ ਨਾਲ ਹੋਈ ਆਪਣੀ ਗੱਲਬਾਤ ਦਾ ਖੁਲਾਸਾ ਸੁਣਾਉਣ ਲੱਗ ਪਏ। ਸੰਤ ਜਰਨੈਲ ਸਿੰਘ ਨੇ ਆਪਣੀ ਆਦਤ ਮੁਤਾਬਕ ਠਰਮੇ ਤੇ ਪਿਆਰ ਨਾਲ ਜਥੇਦਾਰ ਨੂੰ ਹਾਲਤ ਦੀ ਇੰਨੀ ਜ਼ਿਆਦਾ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਇੱਕ ਵਾਰ ਫਿਰ ਆਪਣਾ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਲਈ ਕੱਟ ਮਰਨ ਦਾ ਦ੍ਰਿੜ ਨਿਸ਼ਚਾ ਦੁਹਰਾਇਆ। ਸੋ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 419 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।